सो बहुत धन्नवाद भगवान सिंह जी रामू वाला जिन्होंने कि अपने बहुत ही कीमती विचार अपने नाल साझे कीते ने। जो इन्होंने आपां नूं गल्लां दस्सियां ने ये आपां नूं जे आपां एजुकेशन दे नाल संबंधित इस नूं देखीए तां ये गल्लां स्कूल कॉलेज यूनीवर्सिटियां च भी नहीं आपां नूं मिल सकदियां, जो कि इन्होंने अपने निजी तजर्बे दे विचों जो गल्लां इन्होंने ग्रहण कीतियां ने वो अपने नाल साझियां कीतियां ने। ते नाल ही जिथों तक हैल्थ का संबंध आ, एजुकेशन तो पहला हैल्थ भी जरूरी आ। जो इन्होंने गल्लां दसियां पर जिथे तक मर्जी घूम लीए, बड़े बड़े डॉक्टर्स नूं मिल लीए, दयानंद PGI जिथे भी मर्जी चले जाइए, ये गल्लां आपां नूं किसी डॉक्टर ने नहीं दसनियां। जो इन्होंने गल्लां आपां नूं दसदियां रहन सहन खान पीन, ये च अपना कोई मुੱਲ नहीं लगता, कोई अपना पैसा नहीं लगता। ये अपनी सोच आ कि जिस तरह आप मर्जी इहनूं उदां दा ढाल लीए, अपने शरीर नूं बना लीए। सो मैं उम्मीद करदा कि आपां सारे जो इन्हां ने आपां नूं गल्लां दस्सियां ने, आपां इन्हां नूं बाहला नहीं, एक भी गल नहीं मन लगे तो आप समझते हैं कि अपना जो ये कैंप लाया, आप ट्रेनिंग की 1 महीना, तो अपना जीवन सफला वा। सो हुण अपने विचकार जो प्रोफैसर मनजीत सिंह लोपो आए ने, इन्हां नूं यंग फॉरवर्ड क्लब वालों समुचे नगर निवासियों वालों जियो आया कहा जाता। तो ये हुण अपने कीमती विचार आप समझ साझे करनगे प्रोफैसर साहब। शुक्रिया जी बहुत बहुत। तो सब तो पहला तो इस ग्राउंड दे विच विराजमान अज कैंप की समाप्ति ते समूह नगर निवासियों शामिल पतवंते सज्जन, साडियां मातावां भैणां, होर मोहतवार सज्जन ते इस कैंप नूं चलाउण वाले कोच साहब सरदार भगवान सिंह जी ते सूजापुर दे समेत ਵੱਖ-ਵੱਖ नगरां तो, ਵੱਖ-ਵੱਖ पिंडां तो, ਵੱਖ-ਵੱਖ खेड ग्राउंडां तो इस ग्राउंड विच कैंप विच शामिल होए ते हुण भी शामिल सारे ही खिडारी साहबान, सारिਆਂ ਨੂੰ प्यार नाल सत्कार नाल सत श्री अकाल बुलाउंदा। वाहिगुरू जी का खालसा, वाहिगुरू जी की फतेह। कुछ घड़ियाँ, कुछ थावां भागां वालियां हुंदियां ਜਾਂ ਉਦੋਂ ਭਾਗਾਂ ਵਾਲੀਆਂ ਬਣ ਜਾਂਦੀਆਂ ਜਦੋਂ ਉੱਥੇ ਭਾਗਾਂ ਵਾਲੇ ਫੰਕਸ਼ਨ ਅਰੇਂਜ ਕੀਤੇ ਜਾਂਦੇ ਆ ਜਾਂ ਇਸ ਤਰ੍ਹਾਂ ਦੇ ਸਮਾਗਮ ਉਲੀਕੇ ਜਾਂਦੇ ਆ। ਅਤੇ ਮੈਂ ਜਦੋਂ ਕੋਚ ਸਾਹਿਬ ਨੂੰ ਮਿਲਿਆ ਅਤੇ ਮੈਂ ਪਹਿਲੀ ਗੱਲ ਇਹਨਾਂ ਨੂੰ ਇਹੀ ਕਹੀ ਆ, ਮੈਂ ਕਿਹਾ ਤੁਹਾਡਾ ਕੈਂਪ ਭਾਗਾਂ ਵਾਲਾ, ਕਿਉਂਕਿ ਪਿਛਲੇ ਲਗਭਗ 10 ਕੁ ਦਿਨਾਂ ਤੋਂ ਇੱਕ ਖੇਡ ਗਰਾਊਂਡ 'ਚ ਮੇਰਾ ਇੱਕ ਟੋਏ 'ਚ ਉਹ ਜਿਹੜੀਆਂ ਗੰਨਾਂ ਹੁੰਦੀਆਂ ਪਾਣੀ ਵਾਲੀਆਂ, ਅਤੇ ਆਪਾਂ ਉਹਦੇ 'ਚ ਪੈਰ ਪੈ ਗਿਆ ਸੀ ਰਨਿੰਗ ਕਰਦੇ ਦਾ, ਅਤੇ ਉਸ ਕਰਕੇ ਮੈਂ ਪਿਛਲੇ ਲਗਭਗ 10 ਕੁ ਦਿਨ ਤੋਂ ਕੰਪਲੀਟ ਬੈੱਡ ਰੈਸਟ 'ਤੇ ਹਾਂ। ਅਤੇ ਅੱਜ ਹੀ ਮਤਲਬ ਬਾਹਰ ਨਿਕਲਿਆ ਅਤੇ ਥੋੜ੍ਹਾ ਜਿਹਾ ਅਨਕੰਫਰਟੇਬਲੀ ਬੈਠ ਕੇ ਆਏ ਹਾਂ ਪਿੱਛੇ, ਤਾਂ ਜੇ ਗੁਸਤਾਖੀ ਕੀਤੀ ਨਹੀਂ ਤਾਂ ਗਰਾਊਂਡ 'ਚ ਅਸੀਂ ਗੱਡੀ ਲੈ ਕੇ ਨਹੀਂ ਆਉਂਦੇ ਹੁੰਦੇ, ਅਤੇ ਅੱਜ ਫਿਰ ਇੱਥੇ ਨਜ਼ਦੀਕ ਤੱਕ ਲੈ ਕੇ ਆਉਣੀ ਪਈ। ਅਤੇ ਇਹ ਕੁਛ ਕਾਰਨ ਰਹੇ। ਤਾਂ ਮੈਂ ਤਾਂ ਜਸਟ ਇੰਨੀਆਂ ਰੂਹਾਂ ਦੀ ਜਿਵੇਂ ਕਹਿ ਲਓ ਪੋਜ਼ੀਟਿਵ ਐਨਰਜੀ ਅਤੇ ਦੁਆਵਾਂ ਲੈਣ ਵਾਸਤੇ ਹੀ ਆਇਆ ਕਿ ਕੋਚ ਸਾਹਿਬ ਨੇ ਬੁਲਾਇਆ ਤਾਂ ਨੈਚੁਰਲੀ ਉੱਥੇ ਪੋਜ਼ੀਟਿਵ ਰੂਹਾਂ, ਚੰਗੇ ਔਰੇ ਵਾਲੀਆਂ ਰੂਹਾਂ ਮਿਲਣਗੀਆਂ ਅਤੇ ਉਹਦਾ ਆਪਣੇ 'ਤੇ ਵੀ ਅਸਰ ਹੁੰਦਾ। ਕਿਉਂਕਿ ਜਿਹੜਾ ਹੈਗਾ ਸਾਡਾ ਸਰੀਰ ਆ ਜਾਂ ਸਾਡੀ ਜ਼ਿੰਦਗੀ ਆ, ਇਹ ਇੱਕ ਗੱਡੀ ਵਰਗੀ ਹੁੰਦੀ ਆ। ਕਿਉਂਕਿ ਗੱਡੀ ਮੰਨ ਲਓ ਕਈਆਂ ਬੱਚਿਆਂ ਨੂੰ ਗਿਫਟ ਦੇ ਵਿੱਚ ਮਿਲ ਜਾਂਦੀ ਆ ਜਾਂ ਮਾਂ ਬਾਪ ਕੋਲ ਪਹਿਲਾਂ ਹੀ ਹੁੰਦੀ ਆ, ਗੱਡੀ ਘਰੇ ਖੜ੍ਹੀ ਹੁੰਦੀ ਆ, ਉਹਨਾਂ ਨੂੰ ਮਿਲ ਜਾਂਦੀ ਆ। ਪਰ ਗੱਡੀ ਚਲਾਉਣੀ ਸਿੱਖਣੀ ਪੈਂਦੀ ਆ, ਉਹਦੇ ਬਾਰੇ ਸਮਝਣਾ ਪੈਂਦਾ। ਅਤੇ ਗੱਡੀ ਹੀ ਇਕੱਲੀ ਚਲਾਉਣੀ ਨਹੀਂ ਸਿੱਖਣੀ ਪੈਂਦੀ, ਨਾਲ ਨਾਲ ਸੜਕ ਦੇ ਨਿਯਮ ਵੀ ਸਮਝਣੇ ਪੈਂਦੇ ਆ, ਟ੍ਰੈਫਿਕ ਦੇ ਨਿਯਮ ਵੀ ਸਮਝਣੇ ਪੈਂਦੇ ਆ, ਨਹੀਂ ਤਾਂ ਫਿਰ ਡੈਂਟ ਪੈਂਦੇ ਆ। ਇੱਦਾਂ ਹੀ ਸਾਡੀ ਜ਼ਿੰਦਗੀ ਆ, ਇਹ ਸਾਨੂੰ ਮਿਲ ਗਈ ਆ ਪਰਮਾਤਮਾ ਦੀ ਬਖਸ਼ਿਸ਼ ਨਾਲ, ਮਾਂ ਬਾਪ ਦੇ ਰਾਹੀਂ ਅਸੀਂ ਆ ਗਏ ਹਾਂ ਇਸ ਧਰਤੀ 'ਤੇ। ਪਰ ਸਾਨੂੰ ਜਿਉਣਾ ਸਿੱਖਣਾ ਪੈਣਾ, ਜੀਵਨ ਜਾਚ ਸਿੱਖਣੀ ਪੈਣੀ ਆ। ਉਹ ਜੀਵਨ ਜਾਚ
ਫਿਰ ਅਸੀਂ ਸਮਾਜ 'ਚ ਕਿਵੇਂ ਵਿਚਰਨਾ, ਜਿਵੇਂ ਅਸੀਂ ਗੱਡੀ ਚਲਾਉਣੀ ਆ ਤਾਂ ਕਿਵੇਂ ਚਲਾਉਣੀ ਆ, ਇਸੇ ਤਰ੍ਹਾਂ ਹੀ ਜੇ ਅਸੀਂ ਸਮਾਜ 'ਚ ਵਿਚਰਨਾ ਤਾਂ ਕਿਵੇਂ ਵਿਚਰਨਾ। ਜੇ ਸਹੀ ਢੰਗ ਨਾਲ ਨਾ ਵਿਚਰਾਂਗੇ ਤਾਂ ਉਸੇ ਤਰ੍ਹਾਂ ਹੀ ਡੈਂਟ ਪੈਂਦੇ ਰਹਿਣਗੇ, ਅਤੇ ਡੈਂਟ ਪੈਂਦਿਆਂ ਪੈਂਦਿਆਂ ਕੁਛ ਹੱਦ ਤੱਕ ਤਾਂ ਮਕੈਨਿਕ ਰਿਪੇਅਰ ਕਰ ਦਿੰਦਾ। ਕੋਸਾ ਵੀ ਕਹਿੰਦੇ ਹੁੰਦੇ ਵੀ ਜਦੋਂ ਬਹੁਤ ਜ਼ਿਆਦਾ ਡੈਂਟ ਪੈ ਜਾਣ ਫਿਰ ਅਖੀਰ 'ਤੇ ਤਾਂ ਇਹੀ ਹੱਲ ਰਹਿ ਜਾਂਦਾ, ਉਹ ਕਹਿੰਦੇ ਵੀ ਇਹ ਕਬਾੜ 'ਚ ਹੀ ਜਾਊ ਹੁਣ। ਤਾਂ ਬਿਹਤਰ ਇਹ ਹੁੰਦਾ ਕਿ ਟਾਈਮ ਰਹਿੰਦਿਆਂ ਰਹਿੰਦਿਆਂ ਜਦੋਂ ਥੋੜ੍ਹੇ ਥੋੜ੍ਹੇ ਡੈਂਟ ਪੈਂਦੇ ਆ, ਚੰਗੀਆਂ ਰੂਹਾਂ, ਗਿਆਨਵਾਨ ਰੂਹਾਂ, ਚੰਗੀ ਸੰਗਤ ਦੇ ਵਿੱਚੋਂ ਡੈਂਟ ਰਿਪੇਅਰ ਕਰਾਉਂਦੇ ਰਹੀਏ ਤਾਂ ਗੱਡੀ ਫੇਰ ਅੱਗੇ ਚੱਲਦੀ ਰਹਿੰਦੀ ਆ। ਤਾਂ ਇੱਦਾਂ ਹੀ ਅਸਲ 'ਚ ਕੀ ਆ ਕਿ ਸਾਡਾ ਜਿਹੜਾ ਸਰੀਰ ਆ, ਜਾਂ ਜੋ ਅਸੀਂ ਸਾਹਮਣੇ ਕਿਸੇ ਨੂੰ ਨਜ਼ਰ ਆਉਂਦੇ ਆ, ਬੜਾ ਕੰਪਲੀਕੇਟਡ, ਬੜਾ ਗੁੰਝਲਦਾਰ, ਬਹੁਤ ਗੁੰਝਲਦਾਰ ਸਰੀਰ ਸਾਡਾ ਆ। ਪਰ ਇਹਨੂੰ ਸਮਝਣਾ ਤਾਂ ਬਹੁਤ ਪਰੇ ਦੀ ਗੱਲ ਆ। ਜਿਵੇਂ ਗੱਡੀ ਆ, ਗੱਡੀ 'ਚ ਬੈਠੇ ਆ, ਚਲਾ ਰਹੇ ਆ, ਮੈਨੂੰ ਲੱਗ ਰਿਹਾ ਮੈਂ ਗੱਡੀ ਚਲਾ ਰਿਹਾ, ਪਰ ਗੱਡੀ 'ਚ ਕਿੰਨਾ ਕੁਛ ਆ ਜਿਹਨੂੰ ਮੈਂ ਬਿਲਕੁਲ ਜ਼ੀਰੋ ਸਮਝਦਾ ਆ, ਬਿਲਕੁਲ ਨਹੀਂ ਪਤਾ ਲੱਗਦਾ। ਇੱਦਾਂ ਹੀ ਸਾਡਾ ਵਜੂਦ ਦਿਸਦਾ ਵਾ, ਇਹ ਵੀ ਬੜਾ ਕੰਪਲੀਕੇਟਡ ਆ। ਤਿੰਨ ਚੀਜ਼ਾਂ ਦਾ ਸੁਮੇਲ ਤਾਂ ਸਾਡੇ ਸਾਰੇ ਫਿਲੋਸਫਰ, ਸਾਡੀ ਸਤਿਕਾਰਤ ਗੁਰਬਾਣੀ ਵੀ ਮੰਨਦੀ ਆ ਕਿ ਸਰੀਰ ਆ, ਸਰੀਰ ਦੀਆਂ ਆਪਣੀਆਂ ਹੀ ਬੜੀਆਂ ਗੁੰਝਲਾਂ ਨੇ, ਫਿਰ ਉਸ ਤੋਂ ਅੱਗੇ ਮਨ ਆ, ਫਿਰ ਮਨ ਦੀ ਬੜੀ ਰਫਤਾਰ ਆ, ਫਿਰ ਅੱਗੇ ਆਤਮਾ ਆ, ਹਾਂਜੀ, ਜਿਹੜੀ ਅੱਗੇ ਦੀ ਅੱਗੇ ਯਾਤਰਾ ਕਰਦੀ ਹੈ, ਜਿਹਨੂੰ ਅਸੀਂ ਕਹਿੰਦੇ ਜੰਮੇ ਮਰੇ, ਮਰੇ ਫਿਰ ਜਨਮੇ, ਫਿਰ ਜੂਨੀ ਆਵੇ, ਜਿਹੜੀ ਜੂਨੀ 'ਚ ਚੱਲਦੀ ਰਹਿੰਦੀ ਹੈ, ਉਹਦੀਆਂ ਬੜੀਆਂ ਗੁੰਝਲਾਂ ਨੇ। ਤਾਂ ਇਹ ਤਾਂ ਅਸਲ 'ਚ ਹੌਲੀ ਹੌਲੀ, ਜਿਵੇਂ ਆਪਾਂ ਕਿਸੇ ਖਾਣੇ ਨੂੰ ਬੁਰਕੀ ਬੁਰਕੀ ਖਾਂਦੇ ਹਾਂ, ਇੱਦਾਂ ਹੀ ਇਹ ਗੱਲਾਂ ਹੌਲੀ ਹੌਲੀ ਸਟੈਪ ਬਾਈ ਸਟੈਪ ਸਾਡੇ ਸਮਝ 'ਚ ਆਉਂਦੀਆਂ ਰਹਿੰਦੀਆਂ। ਜਿਵੇਂ ਆਪਾਂ ਮਤਲਬ ਉਦਾਹਰਨ ਦੇ ਤੌਰ 'ਤੇ ਇੱਕ ਸਰੀਰ ਦੀ ਗੱਲ ਕਰਦੇ ਹਾਂ। ਹੁਣ ਸਰੀਰ ਜਿਹੜਾ ਹੈਗਾ ਬੇਸਿਕਲੀ ਕਿੱਥੇ ਟਿਕਿਆ ਹੋਇਆ ਵਾ ਕਿ ਇਹ ਖਾਣੇ ਪਾਣੀ 'ਤੇ ਟਿਕਿਆ ਹੋਇਆ ਵਾ, ਸੀਜ਼ਨ 'ਤੇ ਟਿਕਿਆ ਹੋਇਆ ਵਾ। ਸੀਜ਼ਨ ਸ਼ਬਦ ਇੰਗਲਿਸ਼ ਦਾ ਸ਼ਬਦ ਆ, ਜੇ ਅਸੀਂ ਇਹਨੂੰ ਤੋੜ ਲਈਏ ਤਾਂ ਦੋ ਸ਼ਬਦ ਬਣ ਜਾਂਦੇ ਨੇ, ਸੀ ਐਂਡ ਸਨ। ਵੀ ਸਾਡੇ ਤੋਂ ਸਮੁੰਦਰ ਦੀ ਦੂਰੀ ਕਿੰਨੀ ਆ ਅਤੇ ਸੂਰਜ ਦੀਆਂ ਕਿਰਨਾਂ ਸਾਡੇ 'ਤੇ ਕਿਵੇਂ ਪੈਂਦੀਆਂ, ਉਸ ਤਰ੍ਹਾਂ ਦਾ ਸਾਡਾ ਵਜੂਦ ਬਣ ਜਾਂਦਾ। ਤਾਂ ਇਸ ਤਰ੍ਹਾਂ ਜੇ ਹੁਣ ਮੰਨ ਲਓ ਮੰਗੋਲੀਆ ਦੇ ਵਿੱਚ ਜਾਂ ਚਾਈਨਾ ਦੇ ਵਿੱਚ ਜਾਂ ਕੁਛ ਥਾਵਾਂ 'ਤੇ ਸੂਰਜ ਦੀਆਂ ਕਿਰਨਾਂ ਤਿੱਖੀਆਂ ਪੈਂਦੀਆਂ ਸੀ, ਤਾਂ ਉਹਨਾਂ ਲੋਕਾਂ ਨੂੰ ਅੱਖਾਂ ਮੀਚ ਕੇ ਰੱਖਣੀਆਂ ਪੈਂਦੀਆਂ ਸੀ, ਤਿੱਖੀਆਂ ਕਿਰਨਾਂ ਝੱਲੀਆਂ ਨਹੀਂ ਸੀ ਜਾਂਦੀਆਂ, ਤਾਂ ਉਹਨਾਂ ਦੀਆਂ ਅੱਖਾਂ ਉਸ ਤਰ੍ਹਾਂ ਦੀਆਂ ਬਣ ਗਈਆਂ, ਬਰੀਕ ਬਰੀਕ, ਥੋੜ੍ਹਾ ਥੋੜ੍ਹਾ ਦਿਸਦਾ। ਤਾਂ ਅਸੀਂ ਇਸ ਵਾਤਾਵਰਨ 'ਚ ਬਲੇ ਹਾਂ ਤਾਂ ਸਾਡਾ ਸਰੀਰ ਉਸ ਤਰ੍ਹਾਂ ਦਾ ਬਣ ਗਿਆ। ਤਾਂ ਇਸ ਤਰ੍ਹਾਂ ਸਰੀਰ ਦੇ ਵਾਸਤੇ ਵੀ ਅਸੀਂ ਅੱਗੇ ਗੱਲਾਂ ਕਰਦੇ ਹਾਂ ਕਿ ਖੁਰਾਕ ਜਿਹੜੀ ਹੈਗੀ ਉਹਦੇ ਬਾਰੇ ਮੇਰਾ ਖਿਆਲ ਆ ਮੈਂ ਪਿਛਲੇ ਸ਼ਬਦ ਕੋਚ ਸਾਹਿਬ ਹੋਰਾਂ ਦੇ ਸੁਣ ਸਕਿਆ ਵਾਂ, ਅਤੇ ਜ਼ਰੂਰ ਇਹਨਾਂ ਨੇ ਬਹੁਤ ਹੀ ਉਮਦਾ ਅਤੇ ਬੜੀਆਂ ਕੀਮਤੀ ਗੱਲਾਂ ਤੁਹਾਡੇ ਨਾਲ ਮੈਨੂੰ ਲੱਗਦਾ ਆਲਰੇਡੀ ਸ਼ੇਅਰ ਹੋ ਗਈਆਂ ਹੋਣਗੀਆਂ ਖੁਰਾਕ ਬਾਰੇ। ਅਤੇ ਫਿਰ ਅਸੀਂ ਅੱਗੇ ਮਨ ਦੀ ਗੱਲ ਕਰਦੇ ਹਾਂ। ਤਾਂ ਜੇ ਅਸੀਂ ਸਰੀਰ ਦੇ ਰੋਗਾਂ ਦੀ ਵੀ ਗੱਲ ਕਰਦੇ ਹਾਂ ਤਾਂ ਤਿੰਨ ਤਰ੍ਹਾਂ ਦੇ ਰੋਗ ਆਮ ਤੌਰ 'ਤੇ ਮੰਨੇ ਜਾਂਦੇ ਨੇ। ਇੱਕ ਜਿਹੜੇ ਰੋਗ ਨੇ ਆਹਾਰ ਰੋਗ, ਤਾਂ ਬੜੀ ਖੁਸ਼ੀ ਦੀ ਗੱਲ ਆ ਵੀ ਸਾਡੇ ਨਾਲ ਆਪਣਾ ਕੀਮਤੀ ਸਮਾਂ ਸਾਂਝਾ ਕਰਨ ਵਾਸਤੇ ਖੁਦ ਆਪ ਵੀ ਬਾਸਕਟਬਾਲ ਦੇ ਬੜੇ ਅੱਛੇ ਪਲੇਅਰ ਰਹੇ ਨੇ, ਹਲਕਾ ਦਾਖਾ ਦੇ MLA ਸਾਹਿਬ ਸਰਦਾਰ ਮਨਪ੍ਰੀਤ ਸਿੰਘ ਜੀ ਯਾਲੀ ਅਤੇ ਉਹਨਾਂ ਦੀ ਸਮੁੱਚੀ ਟੀਮ ਸਾਡੇ 'ਚ ਸ਼ਾਮਿਲ ਹੋਣ ਵਾਸਤੇ ਪਹੁੰਚੀ ਹੈ। ਅਸੀਂ ਉਹਨਾਂ ਨੂੰ ਹਾਰਦਿਕ ਜੀ ਆਇਆਂ ਆਖਦੇ ਹਾਂ। ਕਿਰਪਾ ਕਰਕੇ ਇਹਨਾਂ ਸੀਟਾਂ 'ਤੇ ਬੈਠੋ ਜੀ। ਠੀਕ ਹੈ। ਹਾਂਜੀ, ਨਾਲ ਇਹਨਾਂ ਦੇ ਕਾਲਜ ਟਾਈਮ ਦੇ ਸਾਥੀ ਗੁਰਤੇਜ ਸਿੰਘ ਗਿੱਲ ਹੋਰੀ ਵੀ ਪਹੁੰਚੇ ਆ, ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ। ਤਾਂ ਆਪਾਂ ਜਿਹੜੀ ਗੱਲ ਉਹ ਕਰ ਰਹੇ ਸੀਗੇ ਕਿ ਤਿੰਨ ਤਰ੍ਹਾਂ ਦੇ ਰੋਗ ਆਮ ਤੌਰ 'ਤੇ ਮੰਨੇ ਜਾਂਦੇ ਨੇ। ਇੱਕ ਹੈਗੇ ਨੇ ਆਹਾਰ ਰੋਗ, ਇੱਕ ਹੈ ਵਿਵਹਾਰ ਰੋਗ, ਅਤੇ ਤੀਸਰਾ ਹੈ ਕਰਮ ਰੋਗ, ਜਿਨ੍ਹਾਂ ਸਾਰਿਆਂ ਬਾਰੇ ਹੀ ਖਾਸ ਤੌਰ 'ਤੇ ਪਲੇਅਰਾਂ ਨੂੰ ਤਾਂ ਬਹੁਤ ਧਿਆਨ ਰੱਖਣ ਦੀ ਲੋੜ ਆ। ਆਹਾਰ ਰੋਗ ਉਹ ਹੁੰਦੇ ਨੇ ਜੋ ਸਰੀਰ ਨੂੰ
ਅਸੀਂ ਬੇਲੋੜੀ ਜਾਂ ਗਲਤ ਵਿਉਂਤਬੰਦੀ ਦੀ ਖੁਰਾਕ ਦਾ ਸੇਵਨ ਕਰਕੇ ਅਸੀਂ ਆਪਣੇ ਆਪ ਨੂੰ ਜਿਹੜੇ ਰੋਗ ਲਾਉਂਦੇ ਆ ਉਹਨਾਂ ਨੂੰ ਅਸੀਂ ਆਹਾਰ ਰੋਗ ਕਹਿ ਦਿੰਦੇ ਆ। ਤਾਂ ਅੱਛੇ ਪਲੇਅਰਾਂ ਵਾਸਤੇ ਸਿਰਫ ਇੱਥੇ ਤੱਕ ਹੀ ਗੱਲ ਸੀਮਤ ਨਹੀਂ ਹੈ ਵੀ ਰਾਤ ਨੂੰ ਭਿਉਂਤੇ ਹੋਏ ਤੜਕੇ ਬਦਾਮ ਖਾ ਲਏ ਆ, ਖਸਖਸ ਕੁੱਟ ਲਈ ਆ ਅਤੇ ਮਗਜ਼ ਕੁੱਟ ਲਏ ਆ, ਫਰੂਟ ਖਾ ਲਏ ਆ ਅਤੇ ਉਹ ਕਹਿੰਦਾ ਜੀ ਮੈਂ ਹੁਣ ਬਹੁਤ ਵਧੀਆ ਪਲੇਅਰ ਬਣ ਜਾਊਂਗਾ। ਇਹ ਸਿਰਫ ਇੱਕ ਲੈਵਲ ਆ ਆਹਾਰ ਦਾ। ਹੁਣ ਅਗਲਾ ਲੈਵਲ ਹੈਗਾ ਵਿਵਹਾਰ, ਸਾਡਾ ਵਰਤ ਵਰਤਾਓ ਜਿਹਨੂੰ ਅਸੀਂ ਕਹਿੰਦੇ ਹਾਂ। ਆਹਾਰ ਰੋਗ ਤੋਂ ਬਾਅਦ ਆਉਂਦੇ ਆ ਵਿਹਾਰ ਰੋਗ। ਤਾਂ ਮੰਨ ਲਓ ਮੈਂ ਗੁੱਸਾ ਹੀ ਇੰਨਾ ਕਰੀ ਜਾਂਦਾ, ਮੈਂ ਜੈਲਸੀ ਨਾਲ ਹੀ ਇੰਨਾ ਭਰਿਆ ਹੋਇਆ, ਮੈਂ ਕ੍ਰੋਧ ਨਾਲ ਹੀ ਇੰਨਾ ਭਰਿਆ ਹੋਇਆ, ਮੇਰੇ 'ਚ ਸੁਣਨ ਦੀ ਸ਼ਕਤੀ ਕੋਈ ਹੈ ਨਹੀਂ, ਹਾਂਜੀ, ਮੈਂ ਦੂਸਰੇ ਦੀ ਗੱਲ ਨੂੰ ਸਲਾਹ ਹੀ ਨਹੀਂ ਸਕਦਾ। ਤਾਂ ਉਹ ਚੀਜ਼ਾਂ ਸਾਡੇ ਮਨ ਨੂੰ ਕਮਜ਼ੋਰ ਕਰਦੀਆਂ। ਦੂਸਰੇ ਦੀ ਚੀਜ਼ ਨੂੰ ਸਰਾਹੁਣਾ ਵੀ ਆ। ਫਿਰ ਅਸੀਂ ਆਪਣੇ ਜਿਹੜੇ ਮਾਨਸਿਕ ਵਿਕਾਰ ਆ, ਈਰਖਾ ਵਾ, ਕ੍ਰੋਧ ਆ, ਲੋਭ ਆ, ਇਸ ਚੀਜ਼ ਨੂੰ ਵੀ ਜਿਵੇਂ ਜਿਵੇਂ ਛੱਡੀ ਜਾਵਾਂਗੇ ਤਾਂ ਸਾਡਾ ਮਨ ਜਿਹੜਾ ਹੈਗਾ ਮਜ਼ਬੂਤ ਹੋਈ ਜਾਂਦਾ, ਜਿਹਨੂੰ ਅਸੀਂ ਕਹਿੰਦੇ ਆ ਆਹਾਰ ਰੋਗ, ਵਿਹਾਰ ਰੋਗ। ਤਾਂ ਵਿਹਾਰ ਰੋਗ ਤੋਂ ਅਸੀਂ ਮੁਕਤ ਹੋ ਜਾਂਦੇ ਹਾਂ। ਤਾਂ ਫਿਰ ਇੱਥੇ ਤੱਕ ਵੀ ਗੱਲ ਸੀਮਤ ਨਹੀਂ ਹੈ, ਸਾਡਾ ਆਹਾਰ ਵੀ ਠੀਕ ਆ, ਸਾਡਾ ਵਿਹਾਰ ਵੀ ਠੀਕ ਆ। ਤਾਂ ਤੀਸਰਾ ਲੈਵਲ ਆਉਂਦਾ ਕਰਮ ਰੋਗ, ਕਿ ਜੋ ਅਸੀਂ ਕਰਦੇ ਹਾਂ ਉਹ ਬੀਜਿਆ ਜਾਂਦਾ ਅਤੇ ਬੀਜਿਆ ਹੋਇਆ ਵੱਢਣਾ ਪੈਂਦਾ। ਜੋ ਬੀਜੇ ਸੋ ਲੁਣੇ, ਕਰਮਾਂ ਸੰਦੜਾ ਖੇਤ, ਗੁਰਬਾਣੀ 'ਚ ਕਲੀਅਰ ਕੱਟ ਲਿਖਿਆ ਹੋਇਆ। ਕਿ ਮੰਨ ਲਓ ਸਾਡੇ 'ਚ ਅਸੀਂ ਪਲੇਅਰ ਬਣਨਾ ਚਾਹੁੰਦੇ ਹਾਂ, ਅਸੀਂ ਪ੍ਰੈਕਟਿਸ ਕਰ ਲਈ, ਅਸੀਂ ਭਲਵਾਨ ਬਣ ਗਏ, 200 ਡੰਡ ਮਾਰ ਲਿਆ, ਸਾਡਾ ਸਰੀਰ ਬਣ ਗਿਆ, ਅਸੀਂ ਤਕੜੇ ਹੋ ਗਏ, ਅਤੇ ਅਸੀਂ ਕਿਸੇ ਮਾੜੇ ਨੂੰ ਸਮਝ ਗਏ ਕੁਛ ਨਾ, ਅਸੀਂ ਧੱਕਾ ਕਰੀਏ, ਕਿਸੇ ਮਾੜੇ ਦਾ ਹਾਂ ਦਾ ਨਾਅਰਾ ਨਾ ਮਾਰੀਏ, ਅਸੀਂ ਕਿਸੇ ਨਾਲ ਨਜਾਇਜ਼ ਕਰੀਏ, ਤਾਂ ਫਿਰ ਕੀ ਉਹ ਭੁਗਤੂਗਾ ਕੌਣ? ਉਹ ਵੀ ਤੁਹਾਡੇ ਲੇਖੇ ਪਊਗੀ। ਤਾਂ ਪਲੇਅਰ ਬਣਨਾ ਪਾਰਟ ਟਾਈਮ ਜੋਬ ਨਹੀਂ ਹੈ, ਫੁੱਲ ਟਾਈਮ ਜੋਬ ਆ। ਪਲੇਅਰ ਹਮੇਸ਼ਾ ਹੀ ਸਾਹੇ ਵੱਧੇ ਹੁੰਦੇ ਨੇ। ਜਿਵੇਂ ਆਪਾਂ ਕਹਿੰਦੇ ਨਾ ਵੀ ਕਿਸੇ ਦੀ ਕੋਈ ਮੈਰਿਜ ਹੋਣ ਵਾਲੀ ਆ ਅਤੇ ਆਪਾਂ ਕਹਿੰਦੇ ਵੀ ਤੂੰ ਸਾਹੇ ਵੱਧਾਂ, ਹੁਣ ਤੂੰ ਸੋਚ ਸਮਝ ਕੇ ਚੀਜ਼ਾਂ ਖਾਣੀਆਂ ਪੀਣੀਆਂ ਅਤੇ ਸੋਚ ਸਮਝ ਕੇ ਤਾਂ ਬਾਹਰ ਅੰਦਰ ਜਾਣਾ। ਅਤੇ ਪਲੇਅਰ ਹਮੇਸ਼ਾ ਹੀ ਸਾਹੇ ਵੱਧੇ ਹੁੰਦੇ ਨੇ। ਤੁਸੀਂ ਮੰਨ ਲਓ ਕਿਸੇ ਟਾਈਮ 'ਤੇ ਅੱਛੀ ਤਰ੍ਹਾਂ ਦੇ ਸ਼ੂਜ਼ ਨਹੀਂ ਪਾਏ ਹੋਏ, ਕਿਸੇ ਸੜਕ ਤੋਂ ਨੰਗੇ ਪੈਰੀ ਲੰਘ ਜਾਓ ਤਾਂ ਮੁੜ ਕੇ 3 ਦਿਨ ਪ੍ਰੈਕਟਿਸ ਕਰਨ ਜੋਗੇ ਨਹੀਂ ਤੁਸੀਂ। ਗਲਤ ਕੋਈ ਖਾਣਾ ਪੀਣਾ ਖਾ ਲਓ, ਅਗਲੇ ਦਿਨ ਤੁਸੀਂ ਪ੍ਰੈਕਟਿਸ ਕਰਨ ਜੋਗੇ ਨਹੀਂ। ਤਾਂ ਜਿਹੜੇ ਪਲੇਅਰ ਹੈਗਾ ਹੋਣਾ, ਇਹ ਕੋਈ ਪਾਰਟ ਟਾਈਮ ਜੋਬ ਨਹੀਂ ਹੈ, ਫੁੱਲ ਟਾਈਮ ਜੋਬ ਆ। ਹਮੇਸ਼ਾ ਤੁਸੀਂ ਉਸ ਚੀਜ਼ 'ਤੇ ਪਾਬੰਦ ਰਹਿਣਾ ਹੁੰਦਾ। ਹੁਣ ਇੱਕ ਗੱਲ ਮੇਰੇ ਦਿਮਾਗ 'ਚ ਆਉਂਦਿਆਂ ਜਸਟ ਆ ਰਹੀ ਸੀ, ਮੈਂ ਜ਼ਿਆਦਾ ਸਮਾਂ ਨਾ ਲਵਾਂ ਕਿਉਂਕਿ ਯਾਲੀ ਸਾਹਿਬ ਨੇ ਵੀ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨੇ ਨੇ। ਸੰਖੇਪ ਕਰਦੇ ਹਾਂ ਗੱਲ ਨੂੰ, ਕਿ ਮੇਰੇ ਆਉਂਦਿਆਂ ਜਸਟ ਇੱਕ ਮਨ 'ਚ ਗੱਲ ਆ ਰਹੀ ਸੀ ਕਿ ਪਲੇਅਰ ਜਿਹੜੇ ਹੈਗੇ ਨੇ ਦੂਸਰਿਆਂ ਨਾਲੋਂ ਵੱਖਰੇ ਕਿਵੇਂ ਨੇ। ਕਦੇ ਤੁਹਾਡੇ ਖਿਡਾਰੀਆਂ ਦੇ ਦਿਮਾਗ 'ਚ ਆਉਂਦਾ ਹੋਵੇ ਵੀ ਪਲੇਅਰ ਦੂਸਰਿਆਂ ਨਾਲੋਂ ਵੱਖਰੇ ਕਿਵੇਂ ਨੇ। ਇੱਕ ਇੰਜਨ ਮਕੈਨਿਕ ਆ, ਬਹੁਤ ਵਧੀਆ ਇੰਜਨ ਬਣਦਾ, ਖਿਡਾਰੀ ਕੋਈ ਇੰਜਨ ਨਹੀਂ ਬਣ ਸਕਦਾ ਹੋਊਗਾ ਉਹਦੇ ਵਰਗਾ। ਕੋਈ ਵਕੀਲ ਆ, ਵਧੀਆ ਬਹਿਸ ਕਰਦਾ, ਕੇਸ ਜਿੱਤਦਾ, ਖਿਡਾਰੀ ਕੋਈ ਉਹਦੇ ਜਿੰਨੀ ਮੈਨੂੰ ਲੱਗਦਾ ਵਧੀਆ ਬਹਿਸ ਨਹੀਂ ਕਰ ਸਕਦਾ ਹੋਣਾ। ਕੋਈ ਟੀਚਰ ਆ, ਕੋਈ ਪੜ੍ਹਾਉਂਦਾ, ਤਾਂ ਖਿਡਾਰੀ ਉਸ ਜਿੰਨਾ ਪੜ੍ਹਾ ਨਹੀਂ ਸਕਦਾ ਹੋਣਾ। ਕੋਈ ਡਾਕਟਰ ਆ, ਆਪਰੇਸ਼ਨ ਕਰਦਾ ਬਹੁਤ ਵਧੀਆ, ਤਾਂ ਉਹ ਕੋਈ ਖਿਡਾਰੀ ਉਹਦੇ ਜਿੰਨਾ ਵਧੀਆ ਆਪਰੇਸ਼ਨ ਨਹੀਂ ਕਰ ਸਕਦਾ ਹੋਣਾ। ਤਾਂ ਸਾਰਿਆਂ ਕੋਲ ਆਪੋ ਆਪਣੀਆਂ ਕਲਾਵਾਂ ਨੇ, ਆਪੋ ਆਪਣੀਆਂ ਖੂਬੀਆਂ ਨੇ। ਤਾਂ ਫਿਰ ਖਿਡਾਰੀ ਦੂਸਰਿਆਂ ਨਾਲੋਂ ਵੱਖਰੇ ਕਿਵੇਂ ਹੋਏ? ਮੇਰੇ ਦਿਮਾਗ 'ਚ ਇੱਕ ਸਵਾਲ ਇਹ ਇੱਦਾਂ ਹਲਕਾ ਚੱਲਣਾ ਸ਼ੁਰੂ ਹੁੰਦਾ ਵੀ ਇਹ ਕਿਸ ਤਰ੍ਹਾਂ ਪਲੇਅਰ ਵੱਖਰੇ ਹੋਏ ਨੇ। ਤਾਂ ਉਹਦਾ ਆਨਸਰ ਮਿਲਦਾ ਵਾ ਕਿ ਉਹ ਇਸ ਕਰਕੇ ਪਲੇਅਰ ਵੱਖਰੇ ਨੇ ਕਿ ਉਹ ਸਾਰੇ ਵਰਗ ਪਲੇਅਰਾਂ ਨੂੰ ਪਰਫਾਰਮੈਂਸ ਕਰਦਿਆਂ ਨੂੰ ਵੇਖਣ ਆਉਂਦੇ ਨੇ। ਜਦੋਂ ਇੱਕ ਮੈਚ ਲੱਗਦਾ, ਟੂਰਨਾਮੈਂਟ ਦੀ ਐਡ ਹੁੰਦੀ ਆ, ਕਬੱਡੀ ਦਾ ਮੈਚ ਆ, ਚਾਹੇ ਹਾਕੀ ਦਾ, ਚਾਹੇ ਕਿਸੇ ਵੀ ਟੀਮ ਦਾ, ਤਾਂ ਸਾਰਾ ਗਰਾਊਂਡ ਭਰ ਜਾਂਦਾ। ਉਹ ਸਾਰੇ ਵਰਗ ਸਮਾਜ ਦੇ ਅਲੱਗ-ਅਲੱਗ ਪ੍ਰੋਫੈਸ਼ਨਸ ਨਾਲ ਸੰਬੰਧਿਤ ਪਲੇਅਰਾਂ ਨੂੰ ਵੇਖਣ ਆਉਂਦੇ ਨੇ। ਅਤੇ ਜਦੋਂ ਕਿ ਹੋਰ ਕਿਸੇ ਵਰਗ ਨੂੰ ਇਸ ਤਰ੍ਹਾਂ ਲੋਕ ਵੇਖਣ ਨਹੀਂ ਜਾਂਦੇ। ਜੇ ਕੋਈ ਆਪਰੇਸ਼ਨ ਕਰਦਾ ਤਾਂ ਡਾਕਟਰ ਨੂੰ ਵੇਖਣ ਵਾਸਤੇ ਭੀੜ ਨਹੀਂ ਖੜੀ ਹੁੰਦੀ। ਵਕੀਲ ਕੋਈ ਬਹਿਸ ਕਰਦਾ ਤਾਂ ਲੋਕ ਕੰਧਾਂ 'ਤੇ ਚੜ੍ਹ ਕੇ ਨਹੀਂ ਸੁਣਨ ਲੱਗ ਜਾਂਦੇ। ਟੀਚਰ ਕੋਈ ਪੜ੍ਹਾ ਰਿਹਾ ਤਾਂ ਆਸੇ-ਪਾਸੇ ਕਮਰੇ 'ਚ ਇਕੱਠ ਨਹੀਂ ਹੋ ਜਾਂਦਾ ਕਿ ਟੀਚਰ ਨੂੰ ਪੜ੍ਹਾਉਂਦੇ ਨੂੰ ਦੇਖਣਾ, ਪਰ ਪਲੇਅਰ ਨੂੰ ਵੇਖਣ ਆਉਂਦੇ ਨਹੀਂ ਲੋਕ। ਇਸ ਕਰਕੇ ਪਲੇਅਰ ਦੂਸਰਿਆਂ ਤੋਂ ਵੱਖਰੇ ਨੇ। ਤਾਂ ਇੱਕ ਇਹ ਵੀ ਗੱਲ ਹੈ ਕਿ ਪਲੇਅਰ ਦੀ ਕਿਸੇ ਸਾਧ ਦੀ, ਕਿਸੇ ਵੀ ਸਾਧ ਦੀ ਮੈਂ ਗੱਲ ਕਰਾਂ, ਕੋਈ ਟੀਚਰ ਦੀ, ਕੋਈ ਨੇਤਾ ਦੀ CID ਵੀ ਬਹੁਤ ਹੁੰਦੀ ਹੈ। ਇਸ ਗੱਲ ਤੋਂ ਵੀ ਤੁਸੀਂ ਸਾਵਧਾਨ ਰਹਿਣਾ ਹੁੰਦਾ ਕਿ ਜਿਸ ਵੇਲੇ ਤੁਸੀਂ ਗਰਾਊਂਡ 'ਚੋਂ, ਤੁਹਾਨੂੰ ਪਤਾ ਨਹੀਂ ਹੈਗਾ ਕਿ 1000 ਦੇ ਵਿੱਚੋਂ 1000 ਬੰਦਾ ਤਾਂ 2000 ਅੱਖਾਂ ਤੁਹਾਨੂੰ ਵੇਖ ਰਹੀਆਂ ਨੇ ਕਿ ਆਹ ਪਲੇਅਰ ਕਿਵੇਂ ਖੇਡ ਰਿਹਾ।
ਤੇ ਕੱਲ ਨੂੰ ਕਿਸੇ ਤੁਸੀਂ ਥਾਂ ਤੇ ਕਿਸੇ ਨਾਲ ਕੋਈ ਲੜਾਈ ਝਗੜਾ ਕਰਦੇ ਹੋ ਜਾਂ ਕਿਤੇ ਐਸੀ ਗਲਤ ਥਾਂ ਤੇ ਖੜੇ ਹੋ ਤਾਂ ਤੁਹਾਡੀ ਇਮੇਜ ਨਾਲ ਹੀ ਕਾਟਾ ਵੱਜਣਾ ਸ਼ੁਰੂ ਹੋ ਜਾਂਦਾ ਕਿ ਫਲਾਨਾ ਪਲੇਅਰ ਹੈ ਯਾਰ ਆਹ ਕਰੀ ਜਾਂਦਾ ਸੀ। ਇਸ ਕਰਕੇ ਇਸ ਇਮੇਜ ਤੋਂ ਵੀ ਖਾਸ ਤੌਰ 'ਤੇ ਖਿਆਲ ਰੱਖਣਾ ਹੈ ਕਿ ਜੇ ਤੁਸੀਂ ਪਲੇਅਰ ਹੋ, ਲੋਕਾਂ ਦੀਆਂ ਅੱਖਾਂ ਦੇ ਤਾਰੇ ਹੋ, ਤਾਂ ਇਸ ਗੱਲ ਨੂੰ ਖਿਆਲ 'ਚ ਰੱਖਿਓ ਕਿ ਉਹ ਅੱਖਾਂ ਤੁਹਾਨੂੰ ਹਮੇਸ਼ਾ ਵੇਖ ਰਹੀਆਂ ਨੇ ਸਮਾਜ 'ਚ। ਤਾਂ ਇੰਨੀਆਂ ਕਿ ਮੇਰੇ ਖਿਆਲ ਗੱਲਾਂ ਬਹੁਤ ਅੱਜ, ਅਤੇ ਇਹਦੇ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ ਕਿ ਤੁਸੀਂ ਇੰਨਾ ਸਮਾਂ ਮੈਨੂੰ ਸੁਣਿਆ, ਅਤੇ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ। ਪਰਮਾਤਮਾ ਕੋਲੇ ਅਰਦਾਸ ਆ ਕਿ ਇਸ ਤਰ੍ਹਾਂ ਦੇ ਸੁਹਾਵਣੇ ਕੈਂਪ ਤੁਹਾਨੂੰ ਫੇਰ ਇਸੇ ਤਰ੍ਹਾਂ ਲਗਾਉਣ ਦੀ ਸਮਰੱਥਾ ਬਖਸ਼ੇ ਪਰਮਾਤਮਾ। ਤੁਸੀਂ ਸਾਰਿਆਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ, ਬਹੁਤ ਸੋਹਣਾ ਇੱਥੇ ਕੈਂਪ ਉਸ ਸਾਹਿਬ ਤੋਂ ਪਤਾ ਲੱਗਿਆ ਅਤੇ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਮਨਜੀਤ ਸਿੰਘ ਜੀ ਲੋਪੋ ਦਾ। ਸੋ ਆਪਣੇ ਵਿਚਕਾਰ ਮਨਪ੍ਰੀਤ ਸਿੰਘ ਗਿਆਲੀ MLA ਹਲਕਾ ਦਾਖਾ ਆਏ ਨੇ। ਇਹਨਾਂ ਨੂੰ ਜੰਗ ਫਾਈਬਰ ਕਲੱਬ ਸੂਈਆਪੁਰ ਅਤੇ ਨਗਰ ਨਿਵਾਸੀਆਂ ਵੱਲੋਂ ਜੀਓ ਆਇਆਂ ਕਿਹਾ ਜਾਂਦਾ ਵਾ, ਜਿਨ੍ਹਾਂ ਨੇ ਕਿ ਆਪਣੇ ਬਹੁਤ ਹੀ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਦੇ ਹੋਏ ਅੱਜ ਇੱਥੇ ਤਸ਼ਰੀਫ ਲਿਆਏ ਨੇ। ਸੋ ਹੁਣ ਪਹਿਲਾਂ ਬੇਨਤੀ ਕਰਦਾ ਕਿ ਜੋ ਨੌਜਵਾਨ ਵੀਰ ਆ ਕਿਰਪਾ ਕਰਕੇ ਇੱਧਰਲੀ ਸਾਈਡ ਆਪਾਂ ਸਾਰੇ ਆ ਜਾਓ, ਤੁਸੀਂ ਸਾਰੇ ਜਿੰਨੇ ਇੱਥੇ ਬੈਠੇ ਇੱਥੇ ਅੱਗੇ ਆ ਜਾਓ ਸਾਰੇ ਆਣੇ। ਜਿੰਨੇ ਵੀ ਪਿੱਛੇ ਬੈਠੇ ਨੌਜਵਾਨ ਵੀਰ ਬੇਨਤੀ ਆ ਕਿ ਸਾਰੇ ਅੱਗੇ ਆ ਜਾਣ ਕਿਰਪਾ ਕਰਕੇ, ਅਤੇ ਕੁਰਸੀਆਂ ਤੋਂ ਪਿੱਛੇ ਵੀ ਬੈਠੇ ਨੇ ਕਿਰਪਾ ਕਰਕੇ ਉਹ ਅੱਗੇ ਆ ਜਾਣ। ਜੋ ਆ ਕੁਰਸੀਆਂ ਵੀ ਖਾਲੀਆਂ, ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਕੁਰਸੀਆਂ 'ਤੇ ਵੀ ਆ ਜ਼ਰੂਰ ਬਹਿ ਜਾਓ। ਕੁਰਸੀਆਂ ਆਪਣੇ ਬੈਠਣ ਲਈ ਆ, ਤੁਹਾਡੇ ਸਾਰਿਆਂ ਦੇ ਲਈ ਇਹ। ਸੋ ਜਿੰਨੇ ਵੀ ਨੌਜਵਾਨ ਵੀਰ ਪਿੱਛੇ ਖੜੇ ਨੇ ਬੇਨਤੀ ਆ ਕਿ ਕੋਈ ਵੀ ਕੁਰਸੀ ਆਪ ਖਾਲੀ ਨਾ ਛੱਡਿਓ, ਕੁਰਸੀਆਂ 'ਤੇ ਬੈਠੋ ਤੁਸੀਂ। ਆ ਜੋ ਵੀ ਕੁਰਸੀਆਂ ਪਈਆਂ ਤੁਸੀਂ ਬਹਿ ਜਾਓ, ਅਰਸ਼ ਉੱਪਰ ਚਲੇ ਜਾਓ ਸਾਰੇ ਜਿੰਨੇ ਆ ਨੇ। ਸੋ ਮਨਪ੍ਰੀਤ ਸਿੰਘ ਗਿਆਲੀ ਜਿਨ੍ਹਾਂ ਨੂੰ ਕਿ ਆਪਾਂ ਸਾਰੇ ਜਾਣੂ ਆ ਇਹਨਾਂ ਤੋਂ, ਕਿ ਪ੍ਰੋਫੈਸਰ ਸਾਹਿਬ ਨੇ ਵੀ ਦੱਸਿਆ, ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਰਹਿੰਦੇ ਹਾਂ ਕਿ ਖੁਦ ਵੀ ਬਹੁਤ ਅੱਛੇ ਪਲੇਅਰ ਰਹੇ ਨੇ ਆਪਣੇ ਸਮੇਂ ਦੇ ਵਿੱਚ। ਪਲੇਅਰ ਤਾਂ ਹੁਣ ਵੀ ਆ ਪਰ ਹੁਣ ਹੋਰ ਫੀਲਡ ਦੇ ਵਿੱਚ ਨੇ। ਸਾਨੂੰ ਇਹਨਾਂ 'ਤੇ ਬਹੁਤ ਹੀ ਮਾਣ ਆ ਕਿ ਆਪਣੀਆਂ ਸਮੱਸਿਆਵਾਂ ਨੂੰ ਸਮਝਦੇ ਆ। ਅਤੇ ਇਹ ਜੋ ਕੈਂਪ ਚੱਲਿਆ 1 ਮਹੀਨਾ, ਇਸ ਦੇ ਵਿੱਚ ਇਹਨਾਂ ਨੇ ਆਪਣੇ ਨਿੱਜੀ ਤੌਰ 'ਤੇ ਆਪਣੀ ਜੇਬ ਦੇ ਵਿੱਚੋਂ 51,000 ਰੁਪਏ ਇਸ ਲਈ ਕੈਂਪ ਲਈ ਜੋ ਦਿੱਤਾ, ਇਸ ਲਈ ਆਪਾਂ ਇਹਨਾਂ ਦਾ ਸ਼ੁਕਰਗੁਜ਼ਾਰ ਕਰਦੇ ਹਾਂ। ਨਗਰ ਨਿਵਾਸੀਆਂ ਦੀ ਤਰਫੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਬੋਲੇ ਸੋ ਨਿਹਾਲ। ਇਹ ਹਮੇਸ਼ਾ ਹੀ ਨੌਜਵਾਨਾਂ ਦੀ, ਪਲੇਅਰ ਦੀ ਹਮੇਸ਼ਾ ਬਾਂਹ ਫੜਦੇ ਨੇ। ਆਪਣੇ ਨਗਰ ਦੇ ਵਿੱਚ ਆਪਾਂ ਨੂੰ ਕੋਈ ਵੀ ਸਮੱਸਿਆ, ਦੁੱਖ ਤਕਲੀਫ ਆ, ਜੋ ਇਹ ਆ ਵੀ ਸਮੱਸਿਆ ਦਾ ਹੱਲ ਕੱਢ ਸਕਦੇ ਆ, ਆਪਣਾ ਦੁੱਖ, ਆਪਣੀ ਸਮੱਸਿਆ ਦੂਰ ਕਰਦੇ ਨੇ। ਜਦੋਂ ਪਹਿਲਾਂ ਵੀ ਆਪਣੇ ਵਿਚਕਾਰ ਜਿਸ ਦਿਨ ਕੈਂਪ ਸ਼ੁਰੂ ਹੋਇਆ ਤਾਂ ਇਹ ਆਪਣੇ ਵਿਚਕਾਰ ਪਹੁੰਚੇ ਸੀ। ਜੋ ਕੈਂਪ ਦੀ ਆਪਣੀ ਓਪਨਿੰਗ ਹੋਈ ਸੀ, ਆਪਣੀ ਸ਼ੁਰੂਆਤ ਹੋਈ ਸੀਗੀ, ਤਾਂ ਇਹਨਾਂ ਨੇ ਕਿਹਾ ਸੀ ਬੇਸ਼ੱਕ ਮੈਂ ਸਰਕਾਰ ਦੇ ਵਿੱਚ ਨਹੀਂ, ਪਰ ਫਿਰ ਵੀ ਜਿੰਨੇ ਜੋਗਾ ਮੈਂ ਤੁਹਾਨੂੰ ਤਿਲ ਫੁੱਲ ਦਿੰਦਾ। ਅਤੇ ਨਾਲ ਹੀ ਇਹਨਾਂ ਨੇ ਕਿਹਾ ਸੀ ਕਿ ਜੋ ਨੌਜਵਾਨ ਜਿਸ ਨੇ +2 70% ਨੰਬਰਾਂ ਦੇ ਨਾਲ ਕੀਤੀ ਆ, ਕਿ ਮੈਂ ਉਹਨੂੰ DMC ਦੇ ਵਿੱਚ ਬਹੁਤ ਵਧੀਆ ਜੋਬ ਦਿਵਾਉਂਗਾ। ਸੋ ਕਹਿਣ ਦਾ ਭਾਵ ਇਹ ਸਰਕਾਰ ਤੋਂ ਬਾਹਰ ਹੁੰਦੇ ਹੋਏ ਵੀ ਮੰਤਰੀਆਂ ਜਿੰਨੇ ਕੰਮ ਹੁਣ ਵੀ ਕਰੀ ਜਾਂਦੇ ਨੇ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਬੇਨਤੀ ਕਰਦਾ ਮਨਪ੍ਰੀਤ ਸਿੰਘ ਜੀ ਇਆਲੀ MLA ਸਾਹਿਬ ਕਿ ਉਹ ਆਪਣੇ ਵਿਚਾਰ ਆਪ ਸਭ ਨਾਲ ਸਾਂਝੇ ਕਰਨਗੇ। ਇਆਲੀ ਸਾਹਿਬ। ਬਹੁਤ ਹੀ ਸਤਿਕਾਰਯੋਗ ਅੱਜ ਦੇ ਸਮਾਗਮ ਦੇ ਵਿੱਚ ਹਾਜ਼ਰ ਸਾਹਿਬ ਭਗਵੰਤ ਸਿੰਘ ਜੀ ਰਾਮੂਲਾ ਸਾਹਿਬ, ਕੋਚ ਸਾਹਿਬ, ਅਤੇ ਮੇਰੇ ਬਹੁਤ ਹੀ ਪਰਮ ਮਿੱਤਰ ਪ੍ਰੋਫੈਸਰ ਸੁਰਜੀਤ ਸਿੰਘ ਜੀ ਗੁੜੇ, ਉਹਨਾਂ ਦੇ ਨਾਲ ਸਰ ਸਤਵੰਤ ਸਿੰਘ ਜੀ ਪਹਿਲਵਾਨ, ਅਤੇ ਇਸ ਨਗਰ ਤੋਂ ਕਲੱਬ ਦੇ ਸਾਰੇ ਹੀ ਸਾਡੇ ਮੈਂਬਰ ਸਾਹਿਬਾਨ, ਸਰ ਸੰਦੀਪ ਸਿੰਘ ਜੀ ਮਾਸਟਰ ਜੀ ਉਹ ਸੇਵਾ ਨਿਭਾ ਰਹੇ ਨੇ ਸਟੇਜ ਦੀ, ਹਾਕਮ ਸਿੰਘ ਜੀ, ਸਨੀ ਜੀ, ਅਮਰਜੀਤ ਸਿੰਘ ਜੀ,
ਅਤੇ ਸਾਰੇ ਹੀ ਨਗਰ ਨਿਵਾਸੀ ਪਤਵੰਤੇ ਸੱਜਣ, ਮੇਰੀਆਂ ਭੈਣਾਂ, ਮਾਤਾਵਾਂ, ਨੌਜਵਾਨ ਵੀਰੋ, ਬਜ਼ੁਰਗੋ, ਸਾਰਿਆਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਤਕਰੀਬਨ 1 ਮਹੀਨੇ ਤੋਂ ਜੋ ਇਸ ਗਰਾਊਂਡ ਦੇ ਅੰਦਰ ਜੋ ਕੈਂਪ ਚੱਲ ਰਿਹਾ ਸੀ, ਉਸ ਦੀ ਸਮਾਪਤੀ ਹੁਣ ਜਾ ਰਹੀ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਵਿਸ਼ੇਸ਼ ਤੌਰ ਤੇ ਕੋਚ ਸਾਹਿਬ ਦਾ, ਸਰ ਭਗਵੰਤ ਸਿੰਘ ਜੀ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ 1 ਮਹੀਨਾ ਇੱਥੇ ਬੱਚਿਆਂ ਨੂੰ ਜਿਹੜੀ ਟ੍ਰੇਨਿੰਗ ਦਿੱਤੀ ਆ। ਸੋ ਉਹਦੇ ਲਈ ਕੋਈ ਸ਼ਬਦ ਨਹੀਂ ਜਿਨ੍ਹਾਂ ਨਾਲ ਧੰਨਵਾਦ ਕੀਤਾ ਜਾਵੇ। ਸਮੇਂ ਸਮੇਂ 'ਤੇ ਤੁਹਾਨੂੰ ਟ੍ਰੇਨਿੰਗ ਵੀ ਦਿੰਦੇ ਰਹੇ ਅਤੇ ਹੋਰ ਵੀ ਬਹੁਤ ਸਾਰੀ ਜਿਹੜੀ ਗਾਈਡੈਂਸ ਹੈਗੀ ਆ ਉਹ ਤੁਹਾਨੂੰ ਦਿੰਦੇ ਰਹੇ ਨੇ। ਅਤੇ ਮੇਰੇ ਤੋਂ ਪਹਿਲਾਂ ਪ੍ਰੋਫੈਸਰ ਸੁਰਜੀਤ ਸਿੰਘ ਜੀ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਹੇ ਸੀ। ਮੈਂ ਉਹਨਾਂ ਦੇ ਬਾਰੇ ਵੀ ਤੁਹਾਨੂੰ ਥੋੜ੍ਹੀ ਜਾਣਕਾਰੀ ਦੇਣੀ ਚਾਹੁੰਦਾ, ਕਿਉਂਕਿ ਅਸੀਂ ਕਲਾਸਮੇਟ ਰਹੇ ਹਾਂ, ਇਕੱਠੇ ਕਾਲਜ ਦੇ ਵਿੱਚ ਪੜ੍ਹਦੇ ਰਹੇ ਹਾਂ। ਇਹ ਖੁਦ ਹਾਕੀ ਦੇ ਪਲੇਅਰ ਰਹੇ ਨੇ ਅਤੇ ਇਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ PhD ਕੀਤੀ ਆ। ਸੋ ਬਹੁਤ ਵਧੀਆ ਵਿਚਾਰ ਤੁਹਾਡੇ ਨਾਲ ਉਹ ਸਾਂਝੇ ਕਰ ਰਹੇ ਸੀ, ਕਿਉਂਕਿ ਇੱਕ ਟੀਚਰ ਵੀ ਨੇ, ਪ੍ਰੋਫੈਸਰ ਵੀ ਨੇ ਅਤੇ ਇੱਕ ਸਪੋਰਟਸਮੈਨ ਰਹੇ ਨੇ। ਸਮੇਂ ਸਮੇਂ 'ਤੇ ਸਾਨੂੰ ਵੀ ਸਹੀ ਸਲਾਹਾਂ ਜਿਹੜੀਆਂ ਇਹ ਦਿੰਦੇ ਰਹਿੰਦੇ ਨੇ। ਸੋ ਉਸ ਦਿਨ ਵੀ ਆਪਾਂ ਕਾਫੀ ਵਿਚਾਰਾਂ ਕੀਤੀਆਂ ਸੀ ਅਤੇ ਅੱਜ ਵੀ ਜੇ ਗੱਲ ਕਰੀਏ, ਸਭ ਤੋਂ ਜ਼ਰੂਰੀ ਆ ਜਿਹੜੀ ਸਿਹਤ, ਤੰਦਰੁਸਤੀ ਦੇ ਨਾਲ ਹੀ ਸਾਰਾ ਕੁਛ ਆ। ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਆ। ਜੇ ਇਨਸਾਨ ਤੰਦਰੁਸਤ ਆ, ਉਹਨੂੰ ਤਾਂ ਹੀ ਸਭ ਕੁਝ ਚੰਗਾ ਲੱਗਦਾ। ਆਪਾਂ ਪੈਸਾ, ਜਾਇਦਾਦਾਂ, ਗੱਡੀਆਂ, ਕਾਰਾਂ, ਇਹਨਾਂ ਚੀਜ਼ਾਂ ਪਿੱਛੇ ਭੱਜਦੇ ਹਾਂ, ਲੇਕਿਨ ਇਹ ਸਾਰੀਆਂ ਨਾਲੋਂ ਜ਼ਰੂਰੀ ਤੰਦਰੁਸਤੀ ਆ। ਪਿਛਲੇ ਸਮੇਂ ਦੇ ਵਿੱਚ ਇਨਸਾਨ ਨੇ ਕਹਿੰਦੇ ਬੜੀ ਤਰੱਕੀ ਕੀਤੀ ਆ, ਲੇਕਿਨ ਉਸ ਸਮੇਂ ਦੌਰਾਨ ਅਸੀਂ ਖਰਾਬ ਵੀ ਬਹੁਤ ਕੁਛ ਕੀਤਾ। ਅੱਜ ਸਾਡੀ ਹਵਾ, ਪਾਣੀ, ਇਹ ਸਾਰਾ ਕੁਛ ਹੀ ਅਸੀਂ ਖਰਾਬ ਕਰ ਚੁੱਕੇ ਹਾਂ। ਏਅਰ ਪੋਲਿਊਸ਼ਨ, ਵਾਟਰ ਪੋਲਿਊਸ਼ਨ, ਅਰਥ ਪੋਲਿਊਸ਼ਨ। ਸੋ ਇਹੀ ਕਾਰਨ ਹੈ ਕਿ ਅੱਜ ਬੇਸ਼ੱਕ ਐਡੇ ਵੱਡੇ ਹਸਪਤਾਲ ਬਣ ਗਏ, ਇੰਨੇ ਇਲਾਜ ਹੋ ਗਏ, ਲੇਕਿਨ ਫਿਰ ਵੀ ਅਜਿਹੀਆਂ ਬਿਮਾਰੀਆਂ ਅੱਜ ਆ ਰਹੀਆਂ ਨੇ ਅਸੀਂ ਜਿਨ੍ਹਾਂ ਦਾ ਕਦੇ ਨਾਮ ਹੀ ਨਹੀਂ ਸੁਣਿਆ ਸੀ। ਕਰੋਨਾ ਨਾਮ ਦੀ ਬਿਮਾਰੀ, ਜਿਸ ਨੇ ਸਮੁੱਚੇ ਸੰਸਾਰ ਨੂੰ ਝੰਜੋੜ ਕੇ ਰੱਖ ਦਿੱਤਾ। ਅਤੇ ਉਸ ਸਮੇਂ ਸਾਰਿਆਂ ਨੂੰ ਰੱਬ ਵੀ ਯਾਦ ਆਇਆ ਅਤੇ ਸਿਹਤ ਵੀ ਯਾਦ ਆਈ। ਠੀਕ ਹੈ, ਕੁਝ ਸਮੇਂ ਬਾਅਦ ਅਸੀਂ ਫਿਰ ਭੁੱਲ ਜਾਂਦੇ ਹਾਂ, ਲੇਕਿਨ ਲੋੜ ਅੱਜ ਸਾਨੂੰ ਸੁਚੇਤ ਰਹਿਣ ਦੀ। ਹਰ ਇੱਕ ਬੰਦਾ ਜੇ ਆਪਣੇ ਫਰਜ਼ ਨੂੰ ਸਮਝੇ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਬਿਮਾਰੀਆਂ ਤੋਂ ਵੀ ਬਚ ਸਕਦੇ ਹਾਂ ਅਤੇ ਵੱਧ ਤੋਂ ਵੱਧ ਜਿਹੜੇ ਇਹ ਸੁਧਾਰ ਵੀ ਲਿਆ ਸਕਦੇ ਹਾਂ। ਲੇਕਿਨ ਅਸੀਂ ਬਹੁਤ ਗੱਲਾਂ ਸਰਕਾਰਾਂ 'ਤੇ ਸਿੱਟ ਦਿੰਦੇ ਹਾਂ ਕਿ ਜ਼ਿੰਮੇਵਾਰੀ ਸਰਕਾਰਾਂ ਦੀ ਹੈ, ਜ਼ਿੰਮੇਵਾਰੀ ਪੰਚਾਇਤ ਦੀ ਆ। ਸੋ ਖੁਦ ਜਦੋਂ ਤੱਕ ਅਸੀਂ ਇਹ ਜ਼ਿੰਮੇਵਾਰੀਆਂ ਨਹੀਂ ਸਮਝਾਂਗੇ, ਉਦੋਂ ਤੱਕ ਵੱਡੀਆਂ ਤਬਦੀਲੀਆਂ ਅਸੀਂ ਸਮਾਜ ਦੇ ਵਿੱਚ ਨਹੀਂ ਲੈ ਕੇ ਲਿਆ ਸਕਦੇ। ਕੋਈ ਵੀ ਗੱਲ ਆ, ਪਹਿਲਾਂ ਅਸੀਂ ਆਪਣੇ 'ਤੇ ਲਾਗੂ ਕਰੀਏ, ਆਪਣੇ ਘਰ 'ਤੇ ਲਾਗੂ ਕਰੀਏ, ਆਪਣੇ ਪਿੰਡ 'ਤੇ ਲਾਗੂ ਕਰੀਏ, ਆਪਣੇ ਇਲਾਕੇ 'ਤੇ ਲਾਗੂ ਕਰੀਏ। ਸੋ ਇੱਥੇ ਖੜ੍ਹ ਕੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ। ਜੇ ਗੱਲ ਕਰੀਏ, ਸਭ ਤੋਂ ਜ਼ਰੂਰੀ ਆਪਾਂ ਦਰਖਤ ਲਾਉਣੇ ਬਹੁਤ ਵਧੀਆ ਮੰਨਦੇ ਹਾਂ। ਅਤੇ ਤੁਸੀਂ ਜ਼ਰੂਰ ਸੋਚਿਓ ਵੀ ਤੁਸੀਂ ਜਿੰਨੇ ਵੀ ਬੈਠੇ ਹੋ, ਤੁਸੀਂ ਆਪਣੇ ਸਮੇਂ ਦੌਰਾਨ ਕਿੰਨੇ ਕੁ ਦਰਖਤ ਲਾਏ ਨੇ। ਆਪਣੇ ਘਰ ਦੇ ਅੰਦਰ, ਆਪਣੇ ਖੇਤ ਦੇ ਅੰਦਰ, ਆਪਣੇ ਮੋਟਰਾਂ ਦੇ ਅੰਦਰ। ਅਸੀਂ ਪੱਟੇ ਹੋਣਗੇ, ਲਾਏ ਬਹੁਤ ਘੱਟ ਹੋਣਗੇ। ਤੁਸੀਂ ਮੇਰੇ ਘਰੇ ਆ ਕੇ ਦੇਖਿਓ ਕਿ ਜਿਹੜੇ ਮੇਰੇ ਹੱਥੀਂ ਲਾਏ ਹੋਏ 1000 ਦਰਖਤ ਲੱਗਿਆ ਹੋਇਆ ਘਰ ਦੇ ਅੰਦਰ। ਕਿਉਂਕਿ ਸਾਡਾ ਖੇਤ 'ਚ ਘਰ ਸੀਗਾ, ਉਹ 8-10 ਏਕੜ, 10-12 ਏਕੜ ਜਗ੍ਹਾ, ਉੱਥੇ ਮੈਂ ਖੇਤੀ ਵੀ ਕਰਦਾ, ਪਸ਼ੂ ਵੀ ਰੱਖੇ ਆ, ਮੇਰੇ ਘੋੜੇ ਵੀ ਰੱਖੇ, ਸਭ ਕੁਝ ਰੱਖਿਆ, ਲੇਕਿਨ ਉੱਥੇ ਪਲਾਂਟੇਸ਼ਨ ਜਿਹੜੀ ਹੋਈ ਆ, 1000 ਦਰਖਤ ਲੱਗਿਆ ਹੋਇਆ। ਅਤੇ ਜਿਹਦੀ ਤੁਸੀਂ ਅੰਦਰ ਆਏ ਕਈ ਵਾਰ ਪਿੱਛੇ ਦੇਖਿਆ ਨਹੀਂ ਹੋਣਾ, ਉਹ ਉੱਥੇ ਹਰ ਤਰ੍ਹਾਂ ਦੇ ਬੂਟੇ ਲੱਗੇ ਹੋਏ ਨੇ। ਅਤੇ ਹੁਣ ਅੱਗੇ ਵੀ ਅਸੀਂ ਆਪਣੇ ਖੇਤਾਂ ਦੇ ਵਿੱਚ ਵੀ ਪਲਾਂਟੇਸ਼ਨ, ਵੱਧ ਤੋਂ ਵੱਧ ਫਾਰਮਾਂ ਦੇ ਉੱਪਰ ਵੀ ਹੁਣ ਬਾਗ ਲਾਉਣਾ ਵੀ ਸ਼ੁਰੂ ਕੀਤਾ ਹੋਇਆ। ਸੋ ਅਸੀਂ ਜਦੋਂ ਮੈਂ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਸੀ, ਉਦੋਂ ਜਿੰਨੀਆਂ ਸੜਕਾਂ ਸੀ ਜ਼ਿਲ੍ਹਾ ਪ੍ਰੀਸ਼ਦ ਦੀਆਂ, ਜਿੰਨੇ ਸਕੂਲ ਸੀ ਇੱਥੇ, ਸਾਰੇ ਅਸੀਂ ਵੱਡੇ ਪੱਧਰ 'ਤੇ ਜਿਹੜੀ ਪਲਾਂਟੇਸ਼ਨ ਕਰਾਈ ਸੀ। ਕਾਫੀ ਉਹਦੇ ਵਿੱਚ ਕਾਮਯਾਬੀ ਹੋਏ ਨੇ। ਸੋ ਕਹਿਣ ਤੋਂ ਭਾਵ ਕਿ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ। ਵੱਧ ਤੋਂ ਵੱਧ ਅਸੀਂ ਜੇ ਦਰਖਤ ਅਸੀਂ ਹਰ ਬੰਦਾ 2-2, 3-3 ਵੀ ਲਾ ਲਈਏ, ਤਾਂ ਅਸੀਂ ਇਹਦੇ ਵਿੱਚ ਵੱਡਾ ਯੋਗਦਾਨ, ਜਿਹੜਾ ਪੋਲਿਊਸ਼ਨ ਫਰੀ ਕਰਨ ਦੇ ਵਿੱਚ ਆਪਣਾ ਆਲਾ ਦੁਆਲਾ ਨੂੰ ਉਹਦੇ 'ਚ ਯੋਗਦਾਨ ਪਾ ਸਕਦੇ ਹਾਂ। ਕਿਉਂਕਿ ਦਰਖਤ ਇਨਸਾਨ ਦੇ ਜਨਮ ਤੋਂ ਲੈ ਕੇ ਉਹਦੇ ਆਖਰੀ ਸਮੇਂ ਤੱਕ ਉਹਦਾ ਸਾਥ ਦਿੰਦੇ ਆ। ਸੋ ਇਸੇ ਤਰ੍ਹਾਂ ਸਫਾਈ ਦੀ ਆਪਾਂ ਗੱਲ ਕਰ ਲਈਏ,
ਸਫਾਈ ਸਭ ਤੋਂ ਪਹਿਲਾਂ ਇਨਸਾਨ ਦੀ ਆਪਣੀ, ਫਿਰ ਉਹਦੇ ਕਮਰੇ ਦੀ, ਫਿਰ ਉਹਦੇ ਘਰ ਦੀ, ਫਿਰ ਆਲੇ ਦੁਆਲੇ ਦੀ, ਪਿੰਡ ਦੀ। ਸੋ ਇਹ ਚੀਜ਼ਾਂ ਮੈਂ ਅੱਜ ਤੋਂ ਤਕਰੀਬਨ 25 ਕੁ ਸਾਲ ਪਹਿਲਾਂ ਕੈਨੇਡਾ ਗਿਆ ਸੀ ਪਹਿਲੀ ਵਾਰ। ਉਦੋਂ ਉੱਥੋਂ ਬਹੁਤ ਗੱਲਾਂ ਸਿੱਖ ਕੇ ਆਏ, ਚੰਗੀਆਂ ਗੱਲਾਂ। ਉੱਥੇ ਦੇ ਚੰਗੇ ਪੱਖ ਵੀ ਆ, ਮਾੜੇ ਪੱਖ ਵੀ ਨੇ, ਲੇਕਿਨ ਅਸੀਂ ਮਾੜੇ ਪੱਖ ਪਹਿਲਾਂ ਅਡਾਪਟ ਕਰਦੇ ਹਾਂ, ਚੰਗੇ ਅਸੀਂ ਬਾਅਦ 'ਚ ਕਰਦੇ ਹਾਂ। ਉਹ ਕਰਦੇ ਹੀ ਨਹੀਂ। ਸੋ ਇਸ ਲਈ ਉੱਥੇ ਜਾ ਕੇ ਤੁਸੀਂ ਕਿਤੇ ਚਲੇ ਜਾਇਓ, ਤੁਹਾਨੂੰ ਕਿਤੇ ਕੋਈ ਆ ਚੀਜ਼ ਸਿੱਟੀ ਨਹੀਂ ਮਿਲੂਗੀ, ਕੋਈ ਗੰਦਗੀ ਨਹੀਂ ਮਿਲੂਗੀ। ਕਿਤੇ ਵੀ ਚਲੇ ਜਾਓ, ਚਾਹੇ ਤੁਸੀਂ ਪਬਲਿਕ ਪਲੇਸ 'ਤੇ ਚਲੇ ਜਾਓ ਕਿਸੇ, ਚਾਹੇ ਤੁਸੀਂ ਉੱਥੇ ਪਬਲਿਕ ਟਾਇਲਟਸ ਦੇ ਵਿੱਚ ਚਲੇ ਜਾਇਓ, ਏਅਰਪੋਰਟ, ਜਿੱਥੇ ਮਰਜ਼ੀ ਚਲੇ ਜਾਈਏ। ਲੇਕਿਨ ਉਹੋ ਜਿਹੇ ਕਲਚਰ ਅਸੀਂ ਇੱਥੇ ਆਪਣੇ ਘਰਾਂ ਤੱਕ ਵੀ ਲਾਗੂ ਨਹੀਂ ਕਰ ਸਕੇ ਹਜੇ ਤੱਕ। ਸੋ ਉਸ ਤੋਂ ਬਾਅਦ ਆ ਗਈ ਸਾਡਾ ਖਾਣਾ ਪੀਣਾ। ਉਸ ਤੋਂ ਬਾਅਦ ਸਾਡਾ ਰੂਟੀਨ ਐਕਸਰਸਾਈਜ਼ ਆ ਜਿਹੜੀ। ਦੇਖੋ, ਹਲਕੇ ਦਾਖੇ ਜਿਹੜੇ ਅਸੀਂ ਖੇਡ ਗਰਾਊਂਡ ਬਣਾਉਣੇ ਸ਼ੁਰੂ ਕੀਤੇ ਸੀ ਅੱਜ ਤੋਂ 7-8 ਸਾਲ ਪਹਿਲਾਂ, ਕਿ ਉਹ ਅੱਜ ਸਾਡੇ, ਜੇ ਸੋਚੀਏ ਪੰਜਾਬ ਦੇ ਹਿਸਾਬ ਨਾਲ, ਮੈਂ ਸਮਝਦਾ 20 ਸਾਲ ਪਹਿਲਾਂ ਸ਼ੁਰੂ ਕਰਤਾ ਸੀ ਪ੍ਰੋਜੈਕਟ ਅਸੀਂ ਉਹ, ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹਦੀ ਲੋੜ ਆ, ਹਰ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਦੀ ਲੋੜ ਆ, ਜਿੱਥੇ ਅਸੀਂ, ਕਿਉਂਕਿ ਸਮੇਂ ਨਾਲ ਬਹੁਤ ਚੀਜ਼ਾਂ ਬਦਲ ਜਾਂਦੀਆਂ। ਇਹ ਸਾਡੇ ਆਉਣ ਵਾਲੇ ਸਮੇਂ ਦੇ ਮਾਡਰਨ ਸੱਥ ਨੇ। ਠੀਕ ਆ, ਅੱਗੇ ਸੱਥਾਂ 'ਚ ਬਹਿੰਦੇ ਸੀ, ਲੇਕਿਨ ਹੁਣ ਆਉਣ ਵਾਲੇ ਸਮੇਂ 'ਚ ਗਰਾਊਂਡਾਂ ਦੇ ਵਿੱਚ ਸਾਰਿਆਂ ਨੇ ਇਕੱਠੇ ਹੋਣਾ ਇੱਕ ਬਹਾਨਾ ਵੀ ਆ, ਨਾਲ ਆਪਣੇ ਆਪ ਨੂੰ ਤੰਦਰੁਸਤ ਰੱਖਣ ਦਾ ਵੀ, ਚਾਹੇ ਸੈਰ ਕਰਨੀ ਆ, ਚਾਹੇ ਬੱਚਿਆਂ ਨੇ ਗੇਮ ਖੇਡਣੀ ਆ, ਚਾਹੇ ਕੋਈ ਓਪਨ ਜਿਮ ਵਰਤਣਾ। ਸੋ ਸਰਕਾਰਾਂ ਨੂੰ ਜਿੰਨਾ ਚਾਹੀਦਾ ਸੀ ਇਸ ਖੇਤਰ ਦੇ ਵਿੱਚ ਕੋਈ ਕੰਮ ਨਹੀਂ ਕਰ ਸਕੇ। ਜਿਸ ਟਾਈਮ ਮੈਂ ਪਹਿਲਾਂ ਗਰਾਊਂਡ ਬਣਾਉਣਾ ਸ਼ੁਰੂ ਕੀਤਾ, ਅਸੀਂ ਚੈੱਕ ਕੀਤਾ, ਸਾਡੇ ਕੋਲ ਕੋਈ ਗਾਈਡਲਾਈਨ ਹੀ ਨਹੀਂ ਸੀਗੀਆਂ ਕੋਈ, ਵੀ ਗਰਾਊਂਡ ਬਣਦਾ ਕਿੱਦਾਂ, ਦੇ ਉਹਦੇ ਲਈ ਕੀ ਖਰਚੇ ਆ। ਜਿੱਦਾਂ ਗਲੀਆਂ ਦੀ ਗਾਈਡਲਾਈਨ ਆ, ਕੋਈ ਦੀਵਾਰ ਕਰਨੀ ਆ, ਕੋਈ ਤੁਸੀਂ ਧਰਮਸ਼ਾਲਾ ਬਣਾਉਣੀ ਆ, ਸ਼ਮਸ਼ਾਨ ਘਾਟ 'ਚ ਕੁਛ ਕੰਮ ਕਰਨਾ, ਉਹਦੇ ਲਈ ਸਾਰੀਆਂ ਗਾਈਡਲਾਈਨ ਬਣੀਆਂ ਹੋਈਆਂ। ਗਰਾਊਂਡ ਦੀ ਕੋਈ ਗਾਈਡਲਾਈਨ ਹੀ ਨਹੀਂ ਬਣੀ ਸੀ ਅੱਜ ਤੱਕ। ਸਟੇਡੀਅਮ ਬਣਦੇ ਸੀ, ਪੌੜੀਆਂ, ਸਟੇਜਾਂ ਬਣ ਜਾਂਦੀਆਂ ਸੀ, ਲੇਕਿਨ ਜਿਹੜੀ ਅਸੀਂ ਰੋਜ਼ ਵਰਤੋਂ ਕਰਦੇ ਹਾਂ ਉਹਦੇ ਲਈ ਗਾਈਡਲਾਈਨ ਸਭ ਤੋਂ ਪਹਿਲਾਂ ਉਦੋਂ ਬਣਾਈਆਂ ਗਈਆਂ। ਸੋ ਕੋਸ਼ਿਸ਼ ਕੀਤੀ ਆ ਪਿਛਲੇ ਸਮੇਂ 'ਚ ਵੀ, ਜਿਸ ਤਰ੍ਹਾਂ ਗਰਾਊਂਡ ਹਜੇ ਵਿੱਚ ਹੀ ਰਿਹਾ, ਉਦੋਂ ਪੰਚਾਇਤ ਦੀ ਸਮੱਸਿਆ ਆ ਗਈ, ਫਿਰ ਸਰਕਾਰ ਬਦਲ ਗਈ। ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਮਿਹਰ ਕਰੇ, ਮੌਕਾ ਲੱਗਿਆ ਤਾਂ ਹੋਰ ਵੀ ਇਸ ਖੇਤਰ ਦੇ ਵਿੱਚ ਬਹੁਤ ਕੁਝ ਕਰਨ ਦੀ ਲੋੜ ਆ, ਡਿਵੈਲਪਮੈਂਟ ਪੱਖ ਤੋਂ ਵੀ, ਅਤੇ ਖਾਸ ਤੌਰ 'ਤੇ ਸਿਹਤ ਸੇਵਾਵਾਂ ਦੇ ਖੇਤਰ ਦੇ ਵਿੱਚ ਵੀ ਸਭ ਤੋਂ ਵੱਧ ਜੋ ਧਿਆਨ ਦੇਣ ਦੀ ਲੋੜ ਆ ਉਹ ਹੈਲਥ, ਐਜੂਕੇਸ਼ਨ ਤੇ ਸਪੋਰਟਸ। ਇਹ 3 ਡਿਪਾਰਟਮੈਂਟ ਨੇ ਸਭ ਤੋਂ ਜ਼ਰੂਰੀ ਨੇ, ਜਿਹੜੇ ਇਹ ਚਾਹੇ ਕੋਈ ਵੀ ਸਰਕਾਰ ਬਣਦੀ ਆ। ਸੋ ਇਹ ਜੇ 3 ਡਿਪਾਰਟਮੈਂਟਾਂ ਵੱਲ ਅਸੀਂ ਵੱਧ ਤੋਂ ਵੱਧ ਧਿਆਨ ਦਈਏ, ਤਾਂ ਹੀ ਸਾਡੇ ਇਹਨਾਂ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਸਾਡੇ ਇਸ ਪੰਜਾਬ ਦੇ ਅੰਦਰ, ਸਾਡੇ ਇਸ ਦੇਸ਼ ਦੇ ਅੰਦਰ ਜਿਹੜੀ ਵੱਡੀ ਤਬਦੀਲੀ ਆ ਉਹ ਤਾਂ ਹੀ ਆ ਸਕਦੀ ਆ। ਐਜੂਕੇਸ਼ਨ ਤੋਂ ਬਿਨਾਂ ਕਿਸੇ ਵੀ ਪਰਿਵਾਰ ਦੀ ਕਿਸਮਤ ਨਹੀਂ ਬਦਲੀ ਜਾ ਸਕਦੀ। ਠੀਕ ਆ, ਆਪਾਂ ਸਰਕਾਰਾਂ ਨੂੰ, ਸਾਨੂੰ ਸਰਕਾਰ ਨੇ ਕੀ ਦਿੱਤਾ? ਸਰਕਾਰਾਂ ਗਲੀਆਂ, ਸੜਕਾਂ ਬਣਾ ਦੇਣਗੀਆਂ, ਹੋਰ ਕੰਮ ਕਰਾ ਦੇਣਗੀਆਂ, ਪਰ ਤੁਹਾਡੀ ਕਿਸਮਤ ਆ ਜਿਹੜੀ, ਉਹ ਤੁਹਾਡੇ ਪਰਿਵਾਰ ਦੇ ਬੱਚੇ ਹੀ ਬਦਲ ਸਕਦੇ ਨੇ। ਉਹ ਹੈ ਐਜੂਕੇਸ਼ਨ, ਜਾਂ ਉਸ ਤੋਂ ਬਾਅਦ ਹੈ ਸਪੋਰਟਸ। ਅੱਜ ਹੀ ਅਸੀਂ ਇੱਕ ਪ੍ਰੋਗਰਾਮ ਸੀਗਾ, ਕੱਲ੍ਹ ਅਖਬਾਰ ਦੇ ਵਿੱਚ, ਉਹ ਮੇਰਾ ਦੋਸਤ ਆ, ਸਾਡੇ ਆਪਣੇ ਹਲਕੇ ਦਾ ਕੋਟਲੀ ਪਿੰਡ ਆ, ਉੱਥੋਂ ਦਾ ਸਰਪੰਚ ਆ ਮਨਮੋਹਨ ਸਿੰਘ। ਉਹਦਾ ਬੇਟਾ, ਉਹਦੀ 19 ਸਾਲ ਦੀ ਉਮਰ ਆ, ਅਤੇ ਉਹ ਖੇਤੀ ਵੀ ਕਰਦਾ। ਉਹਦੇ ਕੋਲ ਥੋੜ੍ਹੀ ਜ਼ਮੀਨ ਆ, 15-16 ਕਿੱਲੇ ਜ਼ਮੀਨ ਦੇ ਆ ਮਨਮੋਹਨ ਸਿੰਘ ਕੋਲੇ, ਕੰਬਾਈਨ ਰੱਖੀਆਂ ਹੋਈਆਂ 1-2 ਉਹਦੀਆਂ, ਲੇਕਿਨ ਉਹ ਮਿਹਨਤ ਬਹੁਤ ਕਰਦਾ। ਖੇਤੀ ਵੀ ਉਹਦੀ ਦੇਖਣ ਵਾਲੀ ਆ, ਮੇਰੇ ਨਾਲ ਰਹਿੰਦਾ ਕਾਫੀ, ਅਤੇ ਉਹ ਠੇਕੇ 'ਤੇ ਲੈ ਕੇ ਵੀ ਕਰਦਾ। ਲੇਕਿਨ ਉਹਨੇ ਆਪਣੇ ਖੇਤ ਦੇ ਵਿੱਚ ਉਹਨੇ ਸ਼ੂਟਿੰਗ ਰੇਂਜ ਬਣਾਈ। ਮੈਂ ਵੀ ਉਹਦੇ ਵਿੱਚ ਉਹਦੀ ਮਦਦ ਕੀਤੀ। ਮੇਰਾ ਬੇਟਾ ਵੀ ਸ਼ੂਟਿੰਗ ਕਰਦਾ ਸੀ, ਉਸ ਨੂੰ ਬਾਹਰ ਜਾਣਾ ਪੈ ਗਿਆ ਉਸ ਤੋਂ ਬਾਅਦ। ਅਤੇ ਅੱਜ ਉਹਦਾ ਬੇਟਾ, ਜਿਹੜੀ ਪਿੱਛੇ ਹੁਣ US ਦੇ ਵਿੱਚ, ਅਮਰੀਕਾ ਦੇ ਵਿੱਚ ਵਰਲਡ ਦੀ ਜਿਹੜੀ ਚੈਂਪੀਅਨਸ਼ਿਪ ਹੋਈ ਆ, ਉਹਦੇ ਵਿੱਚ ਉਹ 3rd ਆਇਆ ਵਾ। ਉਹਦਾ ਬੇਟਾ, ਅੱਜ ਹੀ ਉਹਦਾ ਅਸੀਂ ਸਨਮਾਨ ਕਰਕੇ ਆਏ ਹਾਂ। ਰਾਜਵੀਰ ਸਿੰਘ ਆ ਉਹਦੇ ਬੇਟੇ ਦਾ ਨਾਮ। ਹਜੇ ਉਹਦੀ 19 ਸਾਲ ਦੀ ਉਮਰ ਆ, ਜਿਹੜਾ ਜਾਣੀ ਕਿ ਉਹ ਉੱਥੋਂ ਕੱਲ੍ਹ ਨੂੰ ਉਹ ਸਿੱਧਾ DSP ਭਰਤੀ ਹੋ ਸਕਦਾ। ਹਜੇ ਅੱਗੇ ਪਤਾ ਨਹੀਂ ਕਿੱਥੇ ਤੱਕ ਜਾਊਗਾ, ਲੇਕਿਨ 19 ਸਾਲ ਦੀ ਉਮਰ ਦੇ ਵਿੱਚ ਉਹਨੇ ਬੜੀ ਮਿਹਨਤ ਕਰਕੇ ਆਪਣੇ ਬੱਚੇ ਨੂੰ, ਹਾਲਾਂਕਿ ਫਾਈਨੈਂਸ਼ੀਅਲੀ ਵੀ ਠੀਕ ਸੀ, ਲੇਕਿਨ ਉਹਦੀ ਕੋਸ਼ਿਸ਼ ਸੀ ਕਿ ਮੈਂ ਆਪਣੇ ਬੱਚੇ ਨੂੰ ਕਿਸੇ ਨਾ ਕਿਸੇ ਮੁਕਾਮ 'ਤੇ ਪਹੁੰਚਾਉਣਾ। ਅਤੇ ਉੱਥੇ ਉਹਨੇ ਸ਼ੂਟਿੰਗ ਰੇਂਜ ਆਪਣੇ ਖੇਤ ਦੇ ਵਿੱਚ ਬਣਾ ਕੇ, ਉੱਥੇ ਹੋਰ ਲੋਕਾਂ ਨੂੰ ਵੀ ਨਾਲ, ਜਿਹੜੇ ਕਰਦੇ ਸੀ ਪਰਿਵਾਰ, ਸਾਰਿਆਂ ਤੋਂ ਕਲੈਕਸ਼ਨ ਕਰਕੇ ਬਣਾਈ ਸੀਗੀ। ਉਹਦੇ ਕੋਈ ਇੰਨੇ ਪੈਸੇ ਵੀ ਨਹੀਂ ਸੀ, ਉਹ ਇਕੱਲਾ ਹੀ ਬਣਾ ਲੈਂਦਾ। ਕਾਫੀ 10-12 ਪਰਿਵਾਰਾਂ ਨੂੰ ਇਕੱਠੇ ਕਰਕੇ ਉਹਨਾਂ ਨੇ 25-30 ਲੱਖ ਦਾ ਖਰਚਾ ਸੀ, 2-2 ਲੱਖ ਰੁਪਈਆ ਖਰਚ ਕੇ। ਸੋ ਕਹਿਣ ਤੋਂ ਭਾਵ ਕਿ ਉਹ ਕਿਸਮਤ, ਉਹ ਬੱਚਾ ਉਹਦੀ ਬਦਲੂਗਾ ਆਉਣ ਵਾਲੇ ਸਮੇਂ 'ਚ। ਸਾਨੂੰ ਪਤਾ ਵੀ ਉਹ ਕਿਸੇ ਟੌਪ ਦੇ ਸਪੋਰਟਸ ਕਰਕੇ
ਉਹਨੂੰ ਪਤਾ ਨਹੀਂ ਕਿਹੜੇ ਉਹਦੇ ਆਫਰ ਆਉਣੇ ਆ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ। ਸੋ ਇਸੇ ਤਰ੍ਹਾਂ ਜਿਹੜੀ ਐਜੂਕੇਸ਼ਨ ਹੈਗੀ ਆ, ਆਪਾਂ ਜਦੋਂ ਪੜ੍ਹਦੇ ਹਾਂ ਜੀ, ਉਹ ਫਲਾਨਾ ਰਿਕਸ਼ਾ ਚਲਾਉਂਦਾ ਸੀ, ਉਹਦੀ ਲੜਕੀ IPS ਬਣ ਗਈ। ਉਹ ਬੰਦਾ ਦਿਹਾੜੀ ਕਰਦਾ ਸੀ, ਉਹਦਾ ਲੜਕਾ IAS ਬਣ ਗਿਆ। ਉੱਥੋਂ ਕਿਸਮਤ ਬਦਲਦੀ ਆ। ਚਾਹੇ ਅੱਜ ਅਸੀਂ ਵਿਦੇਸ਼ਾਂ ਦੇ ਵਿੱਚ ਬੜਾ ਰੁਝਾਨ ਸਾਡਾ ਬਣਿਆ ਹੋਇਆ, ਉੱਥੇ ਵੀ ਜਾਣਾ ਅੱਜ ਪੁਆਇੰਟ ਬੇਸਿਸ ਨੇ। ਪੁਆਇੰਟ ਬੇਸਿਸ 'ਤੇ ਵੀ ਚਾਹੇ ਆਈਲੈਟਸ ਕਲੀਅਰ ਕਰਨਾ ਸੀ, ਜਾਂ ਤੁਹਾਡੇ ਕੋਲੇ ਕੋਈ ਵੀ, ਜੇ ਤੁਹਾਡੇ ਕੋਲੇ ਕੋਈ ਵੀ ਕਲਾ ਹੈਗੀ ਆ ਤਾਂ ਤੁਸੀਂ ਕਿਤੇ ਵੀ ਸਰਵਾਈਵ ਕਰ ਸਕਦੇ ਹੋ, ਜਿਹਦੇ ਵਿੱਚ ਅੱਜ ਵੱਡੀ ਘਾਟ ਆ ਸਾਡੇ ਵਿੱਚ। ਅਸੀਂ ਆਪ, ਮੈਂ ਕੰਸਟਰਕਸ਼ਨ ਦਾ ਕੰਮ ਕਰਦਾ, ਬਿਲਡਰਾਂ ਸੀ, ਕੋਲੋਨਾਈਜ਼ਰ ਹਾਂ, ਸਾਡੇ ਕੋਲੇ ਵੱਡੀ ਗਿਣਤੀ ਦੇ ਵਿੱਚ ਕੰਮ ਕਰਦੇ ਨੇ, ਠੇਕੇਦਾਰ ਕੰਮ ਕਰਦੇ ਨੇ। ਲੇਕਿਨ ਇੱਕ ਬੰਦੇ ਨੂੰ ਛੱਡ ਕੇ ਮੇਰੇ ਕੋਲ ਜਿੰਨੇ ਠੇਕੇਦਾਰ ਨੇ ਸਾਰੇ ਬਿਹਾਰ ਦੇ ਨੇ, ਤੇ ਉਹ ਬੰਦੇ ਨੇ ਜਿਹੜੇ ਖਾਲੀ ਹੱਥ ਆਏ ਸੀ। ਤੇ ਅੱਜ ਇੱਕ ਬੰਦਾ ਸਾਲ ਦਾ 50 ਲੱਖ ਤੋਂ ਕਰੋੜ ਰੁਪਏ ਤੱਕ ਕਮਾਉਂਦਾ ਵਾ, ਪ੍ਰਵਾਸੀ, ਜਿਹਨੂੰ ਬਈਏ ਕਹਿ ਦਿੰਦੇ ਆਪਾਂ। ਇੱਕ ਬੰਦਾ ਇੱਥੇ, ਉਹਨਾਂ ਦੇ ਅੰਡਰ ਥੱਲੇ 200 ਬੰਦਾ ਕੰਮ ਕਰਦਾ। ਖਾਲੀ ਕੋਈ 100 ਰੁਪਇਆ ਵੀ ਲੈ ਕੇ ਨਹੀਂ ਆਏ ਸੀ ਉਹਨਾਂ ਕੋਲ, ਟਿਕਟ ਦੇ ਪੈਸੇ ਇਕੱਠੇ ਕਰਕੇ ਲੈ ਕੇ ਆਏ ਸੀ। ਤੇ ਪਿਛਲੇ 10-15 ਸਾਲਾਂ ਲੁਧਿਆਣੇ ਦੀ ਗੱਲ ਮੈਂ ਕਰ ਰਿਹਾ। ਇੱਕ ਬੰਦਾ ਸਾਡਾ ਕੰਸਟਰਕਸ਼ਨ ਦਾ ਕੰਮ ਕਰਦਾ, ਕੋਠੀਆਂ ਬਣਾਉਂਦਾ ਵਾ। ਦੂਸਰਾ ਸਾਡਾ ਠੇਕੇਦਾਰ ਸੜਕਾਂ ਦਾ ਕੰਮ ਕਰਦਾ, ਨਾਲ ਕੰਸਟਰਕਸ਼ਨ ਦਾ ਵੀ ਕਰਦਾ। ਤੀਸਰਾ ਸੈਨੇਟਰੀ ਦਾ ਕੰਮ ਕਰਦਾ। ਜਿਹੜਾ ਸੈਨੇਟਰੀ ਵਾਲਾ, ਉਹ ਅੱਜ ਤੱਕ ਕਦੇ ਬਿਹਾਰ ਟ੍ਰੇਨ 'ਤੇ ਨਹੀਂ ਗਿਆ, ਬਾਈ ਏਅਰ ਹੀ ਜਾਂਦਾ ਵਾ। ਕਿਉਂਕਿ ਟਾਈਮ ਹੀ ਨਹੀਂ ਹੁੰਦਾ, ਇੰਨੇ ਕੰਮ ਚੱਲਦੇ, ਇੰਨੇ ਥੱਲੇ ਬੰਦੇ ਕੰਮ ਕਰਦੇ ਆ ਉਹਦੇ ਕੋਲ। ਜਦੋਂ ਕਰੋਨਾ ਦਾ ਟਾਈਮ ਚੱਲ ਰਿਹਾ ਸੀ, ਸਾਡੀ ਕੋਈ ਉਹ ਪੁਆਇੰਟ ਖਰਾਬ ਹੋ ਗਿਆ। ਮੈਂ ਉਹਨੂੰ ਫੋਨ ਕੀਤਾ, ਉਹ ਕਹਿੰਦਾ ਬਾਈ ਜੀ ਬੰਦੇ ਤਾਂ ਸਭ ਬਿਹਾਰ ਗਿਆ, ਲੇਕਿਨ ਮੈਂ ਆਪ ਆ ਰਿਹਾ। ਨਹੀਂ, ਉਹਨੇ ਫਿਰ ਵੀ ਕੰਮ ਨਹੀਂ ਛੱਡਿਆ, ਆਪ ਆਇਆ, ਸਾਰਾ ਲੈ ਕੇ ਸਮਾਨ ਉਹਨੂੰ ਠੀਕ ਕਰਕੇ ਗਿਆ। ਹਾਲਾਂਕਿ ਉਹਦੇ ਅੰਦਰ ਮੇਰਾ 200-250 ਬੰਦਾ ਕੰਮ ਕਰਦਾ ਹੋ। ਟਾਇਲ ਦੀ ਗੱਲ ਕਰ ਲਈ, ਅੱਜ ਟਾਇਲ ਵਾਲੇ ਮਿਸਤਰੀ ਨੇ, ਠੇਕੇਦਾਰ ਨੇ, ਪੱਥਰ ਦਾ ਜਿਹੜੇ ਕੰਮ ਕਰਦੇ ਨੇ, ਵਿੰਡੋਜ਼ ਦਾ ਕੰਮ ਕਰਦੇ ਨੇ, ਸੜਕਾਂ ਦਾ ਜੋ ਵੀ ਕੰਮ ਕਰਦੇ ਨੇ, ਸਾਰੇ ਬਾਹਰ ਲਿਆ ਕੇ ਇੱਥੇ ਕਰ ਰਹੇ। ਅਸੀਂ ਬਾਹਰ ਨੂੰ ਜਾ ਰਹੇ ਹਾਂ। ਕਹਿਣ ਤੋਂ ਭਾਵ ਕਿ ਕੋਸ਼ਿਸ਼ ਜੇ ਕਰੀਏ ਅਸੀਂ ਤਾਂ ਇੱਥੇ ਵੀ ਬਹੁਤ ਵੱਡਾ ਪਲੇਟਫਾਰਮ ਹੈਗਾ, ਵਿਦੇਸ਼ਾਂ ਦੇ ਵਿੱਚ ਵੀ ਹੈਗਾ, ਲੇਕਿਨ ਮਿਹਨਤ ਕਰਨ ਦੀ ਲੋੜ ਆ। ਕਈ ਬੰਦੇ ਇੱਥੇ ਕਰੋੜਾਂਪਤੀ ਫੇਲ ਹੋ ਗਏ, ਕਈ ਇੱਥੋਂ ਖਾਲੀ ਜਾ ਕੇ ਉੱਥੇ ਕਾਮਯਾਬ ਹੋਏ, ਕਈ ਉੱਥੇ ਵੀ ਕਾਮਯਾਬ ਨਹੀਂ ਹੋਏ ਜਾ ਕੇ। ਜੇ ਕਹੀਏ ਵੀ ਕੈਨੇਡਾ ਜਾ ਕੇ ਦਰਖਤ ਤੋਂ ਤੋੜ ਲੈਣੇ ਆ, ਉੱਥੇ ਜਾ ਕੇ ਵੀ ਮੈਂ ਬਹੁਤ ਦੇਖਿਆ ਕਿ ਕਈ ਗੁਰਦੁਆਰੇ ਰੋਟੀ ਖਾਂਦੇ ਨੇ, ਇਹੋ ਜਿਹੇ ਵੀ ਹੈਗੇ ਨੇ। ਸੋ ਕਈਆਂ ਨੇ ਸਾਰੀ ਜ਼ਿੰਦਗੀ 'ਚ ਘਰ ਵੀ ਨਹੀਂ ਲੈ ਸਕੇ, ਕਿਰਾਏ 'ਤੇ ਰਹਿੰਦੇ ਨੇ। ਸੋ ਕਿਤੇ ਨਾ ਕਿਤੇ ਕਿਸਮਤ ਵੀ ਸਾਥ ਦਿੰਦੀ ਹੈ, ਤੁਹਾਡੀ ਮਿਹਨਤ ਵੀ ਤੁਹਾਡਾ ਸਾਥ ਦਿੰਦੀ ਹੈ। ਇਸ ਲਈ ਖਾਸ ਤੌਰ 'ਤੇ ਸਾਡੇ ਜਿਹੜੇ ਨੌਜਵਾਨ ਨੇ, ਇਹਨਾਂ ਨੂੰ ਮੈਂ ਬੇਨਤੀ ਕਰਦਾ, ਬੱਚਿਆਂ ਨੂੰ, ਪੇਰੈਂਟਸ ਬੈਠੇ ਆ, ਵੀ ਆਪਾਂ ਬੱਚਿਆਂ ਦੀ ਪੜ੍ਹਾਈ ਦੇ ਵੱਲ ਵੱਧ ਤੋਂ ਵੱਧ ਧਿਆਨ ਦਈਏ। ਖੇਡਾਂ ਦੇ ਵਿੱਚ ਵੀ ਜੇ ਜਾਣਾ, ਫਿਰ ਵੀ ਨਾਲ ਪੜ੍ਹਾਈ ਦੀ ਲੋੜ ਆ ਜੇ ਤੁਸੀਂ ਅੱਗੇ ਵਧਣਾ। ਸੋ ਇਸ ਲਈ ਬੇਸ਼ੱਕ ਆਪਣਾ ਇਲਾਕਾ ਬਹੁਤ ਜਾਗਰੂਕ ਆ। ਪੰਜਾਬ ਦੇ ਵਿੱਚੋਂ ਇੱਕ ਸਰਵੇ ਹੋਇਆ ਸੀ ਕਿ ਸਭ ਤੋਂ ਵੱਧ ਪੜ੍ਹਿਆ ਲਿਖਿਆ ਤੇ ਜਾਗਰੂਕ ਜਿਹੜਾ ਇਲਾਕਾ ਹੈ ਆਪਣਾ ਇਲਾਕਾ ਵਾ, ਰੂਰਲ ਦੇ ਵਿੱਚ, ਪੇਂਡੂ ਦੇ ਵਿੱਚ। ਜਿਹੜਾ ਹਲਕਾ ਦਾਖੇ ਨੂੰ ਜੇ ਮੈਂ ਕਹਾਂ ਵੀ ਪੂਰੇ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ, ਸਭ ਤੋਂ ਵੱਧ ਜਾਗਰੂਕ ਤਾਂ ਇੱਥੋਂ ਦੇ ਲੋਕ ਨੇ। ਲੇਕਿਨ ਫਿਰ ਵੀ ਜਿੰਨਾ ਕੁ ਸਾਡਾ ਜੋ ਤਜਰਬਾ ਹੈਗਾ, ਸਾਡੀ ਗੱਲ ਆ ਵੀ ਅਸੀਂ ਤੁਹਾਡੇ ਤੱਕ ਅਸੀਂ ਪਹੁੰਚਾਈਏ, ਤਾਂ ਜੋ ਸਾਡੇ ਇੱਥੋਂ ਦੇ ਬੱਚੇ, ਸਾਡੇ ਨੌਜਵਾਨ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਤਰੱਕੀ ਕਰਨ। ਹੁਣ ਇਸੇ ਨਗਰ ਦੇ ਸੁਖ ਧਾਲੀਵਾਲ ਦੀ ਆਪਾਂ ਗੱਲ ਕਰਦੇ ਹਾਂ, ਜੋ 5ਵੀਂ ਵਾਰ ਬਣ ਗਏ ਨੇ। 5ਵੀਂ ਵਾਰ ਦੇਖੋ, ਉਸ ਮੁਲਕ ਦੇ ਵਿੱਚ ਜਾ ਕੇ ਜਿੱਥੇ ਸਾਨੂੰ ਕਾਮਾਂ ਗਾਟਾ ਮਾਰੂ ਜਹਾਜ਼ ਰਾਹੀਂ ਸਾਡੇ ਬਜ਼ੁਰਗ, ਵੱਡੇ ਵਡੇਰੇ ਸਾਡੇ ਉੱਥੇ ਕਿਸੇ ਟਾਈਮ ਸ਼ਰਨ ਲੈਣ ਲਈ ਗਏ ਸੀ, ਉਹਨਾਂ ਨੂੰ ਉੱਥੇ ਐਂਟਰ ਨਹੀਂ ਕਰਨ ਦਿੱਤਾ ਗਿਆ ਸੀ, ਮੋੜ ਦਿੱਤਾ ਗਿਆ ਸੀ, ਜਿਹਦੀਆਂ ਕੈਨੇਡਾ ਗੌਰਮੈਂਟ ਨੇ ਮਾਫੀ ਮੰਗੀ ਆ ਪਾਰਲੀਮੈਂਟ ਦੇ ਵਿੱਚ, ਕਈ ਵਾਰ ਮੰਗੀ ਆ ਉਹਨਾਂ ਨੇ। ਅਤੇ ਉਸੇ ਮੁਲਕ ਦੇ ਅੱਜ ਸਾਡੇ ਮੈਂਬਰ ਪਾਰਲੀਮੈਂਟ, ਅੱਜ ਸਾਡੇ ਮੰਤਰੀ। ਸੋ ਕੁਝ ਸਮਾਂ ਹੋਊਗਾ ਕਿ ਸਾਡਾ ਉੱਥੇ ਪ੍ਰਧਾਨ ਮੰਤਰੀ ਹੋਊ, ਮੁੱਖ ਮੰਤਰੀ ਤਾਂ ਬਣ ਚੁੱਕੇ ਨੇ, ਲੇਕਿਨ ਆਉਣ ਵਾਲੇ ਸਮੇਂ 'ਚ ਪ੍ਰਧਾਨ ਮੰਤਰੀ ਵੀ ਸਾਡਾ ਹੋਊ ਉੱਥੇ। ਸੋ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਇਸ ਨਗਰ ਦੇ ਇੱਕ ਜੰਪਲ ਨੇ ਬਹੁਤ ਵੱਡੀ, ਸਾਨੂੰ ਬੜੀ ਮਾਣ ਹੁੰਦੀ ਆ। ਹੋਰ ਵੀ ਬਹੁਤ ਸਾਡੇ ਜਿਹੜੇ ਹੈਗੇ ਨੇ ਭਰਾ, ਜਿਨ੍ਹਾਂ ਨੇ ਉੱਥੇ ਜਾ ਕੇ ਪੋਲੀਟੀਕਲ ਖੇਤਰ ਦੇ ਵਿੱਚ, ਉਹਦੇ ਨਾਲ ਹੀ ਬਿਜ਼ਨਸ ਦੇ ਵਿੱਚ, ਖੇਤੀ ਦੇ ਵਿੱਚ, ਹਰ ਫੀਲਡ ਦੇ ਵਿੱਚ ਬੜੀ ਤਰੱਕੀ ਕੀਤੀ ਹੈ, ਬਹੁਤ ਕਾਮਯਾਬ ਹੋਏ ਨੇ। ਸੋ ਇਸ ਲਈ ਆਉਣ ਵਾਲੇ ਸਮੇਂ 'ਚ ਹੋਰ ਵੀ ਤੁਹਾਡੇ 'ਚ ਵੱਧ ਤੋਂ ਵੱਧ ਬੱਚੇ ਨੇ ਜਿਹੜੇ ਉਹ ਕਾਮਯਾਬ ਹੋਣ। ਮੈਂ ਉਸ ਦਿਨ ਵੀ ਗੱਲ ਕੀਤੀ ਸੀ ਵੀ 70% ਤੋਂ ਵੱਧ, 70 ਜਾਂ ਉਸ ਤੋਂ ਵੱਧ ਜਿਹੜੇ ਬੱਚਿਆਂ ਦੇ +2 'ਚੋਂ ਨੰਬਰ ਨੇ, ਜੇ ਉਹ ਜੋਬ ਲੈਣੀ ਚਾਹੁੰਦੇ ਨੇ DMC ਦੇ ਵਿੱਚ, ਉੱਥੇ ਵਾਰਡ ਬॉय ਵਾਰਡ ਗਰਲ ਦੀ ਜੋਬ ਜਿਹੜੀ ਅਵੇਲੇਬਲ ਹੈਗੀ ਆ। ਇਹਦੇ ਲਈ ਆ ਵੀ ਜੇ ਉੱਥੇ ਤੁਸੀਂ ਜੋਬ ਕਰੋਗੇ, ਤੁਹਾਨੂੰ ਓਪਰਚੁਨਿਟੀਜ਼ ਫਿਊਚਰ ਬਹੁਤ ਵਧੀਆ ਨੇ, ਤਨਖਾਹ ਇੱਥੇ ਵੀ ਮਿਲਣੀ ਹੈ, ਅਤੇ ਕੱਲ੍ਹ ਤੁਸੀਂ ਬਾਹਰ ਜਾਣਾ ਉਹਦੇ ਪੁਆਇੰਟ ਮਿਲਣੇ ਨੇ। ਅਤੇ ਬਾਹਰ ਜਿਹੜੇ ਇੱਥੇ ਜਿਨ੍ਹਾਂ ਕੋਲ ਐਕਸਪੀਰੀਅੰਸ ਹੋ ਗਿਆ,
ਇਸ ਫੀਲਡ ਦਾ, ਤੇ ਉੱਥੇ ਉਹਨਾਂ ਨੂੰ ਪੈਸੇ ਬਹੁਤ ਮਿਲਦੇ ਨੇ। ਸੋ ਉਹਦੇ ਨਾਲ ਹੀ ਜਿਨ੍ਹਾਂ ਦੇ ਘੱਟ ਵੀ ਹੈਗੇ ਨੇ ਉਹ ਵੀ ਆ ਜਾਓ ਸਾਡੇ ਕੋਲ ਜਿੰਨੇ ਮਰਜ਼ੀ। ਘੱਟ ਵਾਲੇ ਵੀ ਉਹਨਾਂ ਨੂੰ ਅਸੀਂ ਹੋਰ ਕਿਸੇ ਫੀਲਡ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਰੋਜ਼ ਦੇ ਰੋਜ਼ ਅਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਆਪਣੇ ਸੋਰਸਾਂ ਦੇ ਨਾਲ ਹੀ, ਪਹਿਲਾਂ ਮਿਲਕ ਪਲਾਂਟ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਆ, ਠੀਕ ਆ, ਹੁਣ ਉੱਥੇ ਸਾਡੀ ਟਰਮ ਪੂਰੀ ਹੋ ਗਈ ਚੇਅਰਮੈਨ ਦੀ, ਤੇ ਹੁਣ ਹੋਰ ਵੀ ਅਸੀਂ ਕਾਫੀ ਸੋਰਸਾਂ ਦੇ ਵਿੱਚ, ਜਿੱਥੇ ਵੀ ਤੁਸੀਂ ਕਿਤੇ ਕੋਈ ਜੌਬ ਤੇ ਲੱਗਣਾ ਚਾਹੁੰਦਾ ਕੋਈ ਵੀ ਨੌਜਵਾਨ, ਪਰ ਉਹਦੀ ਘੱਟੋ ਘੱਟ +2 ਜ਼ਰੂਰ ਹੋਵੇ। ਜਿਹੜਾ 70 ਤੋਂ ਉੱਪਰ ਹੈਗਾ ਉਹ DMC, ਜਿਹਦੇ ਘੱਟ ਹੈਗੇ ਉਹਨਾਂ ਨੂੰ ਅਸੀਂ ਹੋਰ ਕਿਤੇ ਨਾ ਕਿਤੇ ਜ਼ਰੂਰ ਐਡਜਸਟ ਕਰਾਵਾਂਗੇ। ਸੋ ਇਸ ਲਈ ਤਾਂ ਜੋ ਤੁਸੀਂ ਆਪਣੀ ਜਿਹੜੀ ਜੌਬ ਕਰਕੇ ਆਪਣੇ ਪਰਿਵਾਰ ਨੂੰ ਜਿਹੜੀ ਆਰਥਿਕ ਤੌਰ 'ਤੇ ਤਰੱਕੀ ਵੱਲ ਲੈ ਕੇ ਜਾ ਸਕੋ। ਸੋ ਇਸ ਲਈ ਕਾਫੀ ਸਮਾਂ ਹੋ ਗਿਆ, ਮੈਂ ਜ਼ਿਆਦਾ ਵਿਸਥਾਰ 'ਚ ਨਾ ਜਾਂਦਾ ਹੋਇਆ ਤੁਹਾਨੂੰ ਇਸ ਕੈਂਪ ਦੀ ਜਿਹੜੀ ਵਧਾਈ ਦਿੰਦਾ, ਜੋ ਬਹੁਤ ਵਧੀਆ ਇਹ ਉਪਰਾਲਾ ਕੀਤਾ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਆ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਹੁੰਦੇ ਰਹਿਣੇ ਚਾਹੀਦੇ ਨੇ। ਅਤੇ ਵਿਸ਼ੇਸ਼ ਤੌਰ 'ਤੇ ਮੈਂ ਧੰਨਵਾਦ ਕਰਦਾ ਸਰ ਭਗਵੰਤ ਸਿੰਘ ਜੀ ਦਾ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚੋਂ 1 ਮਹੀਨੇ ਦਾ ਸਮਾਂ ਸਾਡੇ ਇਸ ਨਗਰ ਦੇ ਬੱਚਿਆਂ ਨੂੰ, ਨੌਜਵਾਨਾਂ ਦੇ ਲਈ ਦਿੱਤਾ। ਸੋ ਬਾਕੀ ਥੋੜ੍ਹਾ ਹੀ ਸਮਾਂ ਰਹਿ ਗਿਆ, ਪਰਮਾਤਮਾ ਮਿਹਰ ਕਰੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਵੱਡੀਆਂ ਜਿਹੜੀਆਂ ਪਲੈਨਿੰਗਸ ਨੇ ਮਨ ਦੇ ਵਿੱਚ, ਕਿ ਅਸੀਂ ਇਸ ਪਿੰਡ ਦੇ ਵਿੱਚ, ਇਸ ਇਲਾਕੇ ਦੇ ਵਿੱਚ ਲਾਗੂ ਕਰਕੇ ਇਸ ਇਲਾਕੇ ਨੂੰ ਹੋਰ ਤਰੱਕੀ ਵੱਲ ਲੈ ਕੇ ਜਾਵਾਂਗੇ। ਸੋ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ। ਜਿੱਥੇ ਵੀ ਸਾਡੀ ਲੋੜ ਆ, ਜਿੰਨੇ ਜੋਗੇ ਹੈਗੇ ਆ, ਦਿਨ ਰਾਤ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ। ਕਿਸੇ ਨੂੰ ਵੀ ਕੋਈ ਲੋੜ ਆ, ਚਾਹੇ ਕੋਈ ਬਿਮਾਰ ਹੋ ਜਾਂਦਾ, ਉਹਦੇ ਲਈ ਅਸੀਂ ਜਿੰਨਾ ਵੀ ਹੋ ਸਕਦਾ ਯਤਨ ਕਰਦੇ ਹਾਂ। ਇਲਾਜ ਕਈ ਵਾਰ ਅੱਜ ਇੰਨੇ ਮਹਿੰਗੇ ਹੋ ਗਏ ਨੇ, ਠੀਕ ਆ, ਅਸੀਂ ਫ੍ਰੀ ਨਹੀਂ, ਅਸੀਂ ਕੋਸ਼ਿਸ਼ ਹੁੰਦੀ ਆ ਵੀ 50% ਤੇ ਕਰਾ ਦਈਏ, ਅਸੀਂ ਉਹਨੂੰ ਚੋਂ ਕਿਸੇ ਦਾ 60% ਛਡਾ ਦਈਏ, ਕਿਸੇ ਦੇ 50% ਛਡਾ ਦਈਏ, ਅਤੇ ਉਹਨਾਂ ਨੂੰ ਸਹੀ ਗਾਈਡੈਂਸ ਮਿਲ ਜਾਵੇ। ਸੋ ਇਸ ਤਰ੍ਹਾਂ ਦਾ ਵੀ ਕੋਸ਼ਿਸ਼ ਹੈ ਵੀ ਜੇ ਮੌਕਾ ਮਿਲਿਆ ਜਿੰਨਾ ਵੀ ਹੋ ਸਕਿਆ ਲੋਕ ਭਲਾਈ, ਲੋਕ ਸੇਵਾ ਦੇ ਵਿੱਚ ਅਸੀਂ ਲੱਗੇ ਹਾਂ। ਸਾਡੇ ਨਾਲ ਟੀਮ ਵੀ ਆ ਬਹੁਤ ਵੱਡੀ, ਸਾਡੇ ਦੋਸਤ ਮਿੱਤਰ ਵਿਦੇਸ਼ਾਂ ਦੇ ਵਿੱਚ NRI ਬੈਠੇ ਨੇ। ਜਦੋਂ ਅਸੀਂ ਚੰਗਾ ਕੰਮ ਕਰਦੇ ਹਾਂ ਤਾਂ ਸਾਨੂੰ ਸਪੋਰਟ ਵੀ ਕਰਦੇ ਨੇ। ਉਹਨਾਂ ਨੂੰ ਪਤਾ ਵੀ ਜੇ ਅਸੀਂ ਕੋਈ ਇੱਥੇ ਮਦਦ ਕਰਾਂਗੇ ਤਾਂ ਸਹੀ ਹੱਥ ਲੱਗਣਾ। ਸੋ ਇਸ ਲਈ ਜਿੱਥੇ ਵੀ ਸਾਡੀ ਲੋੜ ਆ, ਜਿੰਨੇ ਜੋਗੇ ਹੈਗੇ ਆ, ਤੁਹਾਡੇ ਨਾਲ ਅਸੀਂ ਖੜ੍ਹੇ ਹਾਂ ਅਤੇ ਤੁਹਾਡਾ ਪੂਰਾ ਅਸੀਂ ਸਾਥ ਦੇਵਾਂਗੇ। ਤੁਸੀਂ ਮੇਰੇ 'ਤੇ ਬਹੁਤ ਵੱਡਾ ਅਹਿਸਾਨ ਆ, ਮੇਰੇ 'ਤੇ, ਜਿਹੜਾ ਮੇਰਾ ਖਿਆਲ ਮੈਂ ਆਉਣ ਵਾਲੀਆਂ ਪੁਸ਼ਤਾਂ ਵੀ ਅਸੀਂ ਤੁਹਾਡਾ ਲਾ ਨਹੀਂ ਸਕਦੀਆਂ। ਜਿਹੜੀ ਜਿਮਨੀ ਚੋਣ ਦੇ ਵਿੱਚ ਜਿੱਤ ਹੋਈ ਆ ਜਿਹੜੀ, ਇਹ ਉਸ ਪਰਮਾਤਮਾ ਦੀ ਮਿਹਰ ਤੋਂ ਬਿਨਾਂ ਅਜਿਹੀਆਂ ਕਾਮਯਾਬੀਆਂ ਨਹੀਂ ਮਿਲਦੀਆਂ ਕਦੇ। ਜੇ ਉਹਦੀ ਮਿਹਰ ਹੋਵੇ, ਅਤੇ ਉਹ ਮਿਹਰ ਤਾਂ ਹੀ ਹੁੰਦੀ ਆ ਜੇ ਤੁਸੀਂ ਇਮਾਨਦਾਰੀ ਨਾਲ, ਤਨਦੇਹੀ ਨਾਲ ਆਪਣਾ ਕੰਮ ਕਰਦੇ ਹੋ। ਸੋ ਇਸ ਲਈ ਮੈਂ ਪੂਰੀ ਇਮਾਨਦਾਰੀ ਦੇ ਨਾਲ ਆਪਦੀ ਜ਼ਿੰਦਗੀ ਦੇ ਵਿੱਚ ਹੁਣ ਤੱਕ, ਅੱਜ ਤੱਕ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਕਦੇ ਕਿਸੇ ਦਾ ਕਿਸੇ 1 ਰੁਪਈਏ ਦੇ ਅਸੀਂ ਰਫਾਦਾਰ ਹੋਈਏ, ਕਿਸੇ ਸਰਕਾਰੀ ਜਾਂ 10 ਸਾਲ ਕੋਈ 1 ਰੁਪਈਏ ਦਾ ਫਾਇਦਾ ਲਿਆ ਹੋਵੇ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਫਾਇਦਾ ਲੈਣ ਬਾਰੇ ਸੋਚਿਆ ਹੋਵੇ। ਪਰਮਾਤਮਾ ਦੀ ਬੜੀ ਵੱਡੀ ਮਿਹਰ ਆ, ਆਪਦੀ ਜੋ 10 ਨੌਂ ਦੀ ਕਿਰਤ ਕਮਾਈ ਆ, ਬਿਜ਼ਨਸ ਦੀ ਕਮਾਈ ਆ, ਉਹਦੇ ਵਿੱਚੋਂ ਅਸੀਂ ਜਿੰਨਾ ਵੀ ਹੋ ਸਕਦਾ ਦਸਵੰਧ ਕੱਢ ਕੇ ਇਸ ਇਲਾਕੇ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਠੀਕ ਆ, ਵਿਰੋਧੀ ਆ ਬੜਾ ਕੁਛ ਕਹਿੰਦੇ ਆ, ਉਹਨਾਂ ਨੇ ਕਹਿਣਾ ਵੀ ਹੈ, ਜੇ ਵਿਰੋਧੀ ਸਾਨੂੰ ਚੰਗਾ ਕਹਿਣ ਲੱਗੇ ਫਿਰ ਤਾਂ ਇੱਥੇ ਕਿਸੇ ਨੇ ਸਟੈਂਡ ਹੀ ਨਹੀਂ ਕਰ ਸਕਣਾ। ਉਹਨਾਂ ਨੇ ਆਪਦੀ ਡਿਊਟੀ ਨਿਭਾਉਣੀ ਆ। ਲੇਕਿਨ ਜਿੱਥੇ ਤੱਕ ਮੈਂ ਪਹੁੰਚਿਆ ਉਹਦੇ ਵਿੱਚ ਮੇਰੇ ਵਿਰੋਧੀਆਂ ਦਾ ਬਹੁਤ ਵੱਡਾ ਯੋਗਦਾਨ ਆ। ਜੇ ਕਹੀਏ ਵੀ ਉਹਨਾਂ ਦਾ ਬਹੁਤ ਵੱਡਾ ਇਹਦੇ ਵਿੱਚ ਯੋਗਦਾਨ ਆ, ਕਿਉਂਕਿ ਉਹ ਸਾਨੂੰ ਅਲਰਟ ਰੱਖਦੇ ਨੇ, ਸੁਚੇਤ ਰੱਖਦੇ ਨੇ। ਪਹਿਲੀ ਗੱਲ ਤਾਂ ਅਸੀਂ ਗਲਤੀ ਕਰਦੇ ਨਹੀਂ, ਲੇਕਿਨ ਜੇ ਕਿਤੇ ਸਾਡਾ ਕੋਈ ਬੰਦਾ ਵੀ ਨੇੜੇ ਦਾ, ਕੋਈ ਸਾਡਾ ਵਰਕਰ ਵੀ ਕਰਨ ਬਾਰੇ, ਉਹਦੇ ਬਾਰੇ ਵੀ ਅਸੀਂ ਅਲਰਟ ਕਰਕੇ ਰੱਖਦੇ ਹਾਂ ਸਾਨੂੰ। ਸੋ ਹਰ ਬੰਦੇ ਵਿੱਚ ਜਿਹੜਾ ਤੁਸੀਂ ਆਪਾਂ ਵਿਰੋਧੀਆਂ ਨੂੰ ਮਾੜਾ ਕਹਿਣ ਲੱਗ ਜਾਂਦੇ ਹਾਂ, ਤੁਹਾਡਾ ਵਿਰੋਧੀਆਂ ਦਾ ਵੱਡਾ ਯੋਗਦਾਨ ਹੁੰਦਾ, ਇਹ ਤੁਸੀਂ ਪੱਲੇ ਬੰਨ੍ਹ ਲਿਓ। ਸੋ ਇਸ ਲਈ ਚਾਹੇ ਵਿਰੋਧੀ ਨੇ, ਮੈਂ ਤਾਂ ਉਹਨਾਂ ਨੂੰ ਵੀ ਮੰਨਦਾ ਵੀ ਉਹਨਾਂ ਦੇ ਵੀ ਸਾਨਮੰਦ ਰਹਿੰਦੇ ਹਾਂ ਕਿ ਸਾਨੂੰ ਇੱਥੇ ਤੱਕ ਉਹਨਾਂ ਨੇ ਪਹੁੰਚਾਇਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਥੇ ਤੱਕ ਪਹੁੰਚਾਉਣਾ, ਉਹਦੇ ਵਿੱਚ ਮੇਰੇ ਸਾਥੀਆਂ ਦਾ, ਤੁਹਾਡਾ ਸਾਰਿਆਂ ਦਾ, ਵਰਕਰਾਂ ਦਾ ਅਤੇ ਵਿਰੋਧੀਆਂ ਦਾ ਵੀ ਜ਼ਰੂਰ ਯੋਗਦਾਨ ਹੋਊ, ਕਿ ਜਿਹੜੇ ਸਾਨੂੰ ਸੁਚੇਤ ਰੱਖਦੇ ਨੇ ਕਿ ਅਸੀਂ ਕਿਸੇ ਪਾਸਿਓਂ ਵੀ ਸਾਡੇ 'ਚ ਕੋਈ ਕਮੀ ਤੇ ਢਿੱਲ ਨਾ ਰਹੇ, ਤਾਂ ਜੋ ਕਿਤੇ ਕਿਸੇ ਮੋੜ 'ਤੇ ਆ ਕੇ ਸਾਨੂੰ ਕਿਤੇ ਇਸ ਗੱਲ 'ਤੇ ਸ਼ਰਮਿੰਦਾ ਹੋਣ ਪਵੇ ਵੀ ਅਸੀਂ ਇਹ ਕੋਈ ਗਲਤੀ ਕੀਤੀ ਆ। ਸੋ ਆਪਦੇ ਵੱਲੋਂ ਅਸੀਂ ਪੂਰਾ ਧਿਆਨ ਰੱਖਦੇ ਹਾਂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਨੂੰ ਕਦੇ ਵੀ ਇਸ ਗੱਲ ਦਾ ਕਦੇ ਮੌਕਾ ਨਹੀਂ ਮਿਲੂਗਾ ਕਿ ਤੁਹਾਡਾ ਚੁਣਿਆ ਹੋਇਆ ਨੁਮਾਇੰਦਾ ਕਿ ਇਹਦੇ 'ਤੇ ਕਿਸੇ ਤਰ੍ਹਾਂ ਦੀ ਕੋਈ ਉਂਗਲੀ ਕਰੇ। ਪਰਮਾਤਮਾ ਮਿਹਰ ਕਰੇ, ਆਉਣ ਵਾਲੇ ਸਮੇਂ 'ਚ ਵੀ ਇਮਾਨਦਾਰੀ ਨਾਲ ਆਪਣੀ ਡਿਊਟੀ ਨੂੰ ਨਿਭਾਈਏ। ਸੋ ਸਾਰਿਆਂ ਦਾ ਹੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਧੰਨਵਾਦ ਯਾਲੀ ਸਾਹਿਬ ਦਾ, ਜਿਹੜੇ ਕਿ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਨੇ ਅਤੇ ਤੁਹਾਡੀ ਹੌਸਲਾ ਅਫਜ਼ਾਈ ਕੀਤੀ ਹੈ ਸਭ ਦੀ। ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਇਹੋ ਜਿਹਾ MLA ਮਿਲੂਗਾ ਜਿਹੜਾ ਕਿ ਆਪਣੇ ਘਰੇ ਆ ਕੇ ਕਹਿੰਦਾ ਕਿ ਨੌਕਰੀ ਲੈ ਲਓ। ਸੋ ਜਿੰਨੇ